ਪੇਸ਼ ਹੈ ਡਾਕਟਰ ਮਨਜ਼ੂਰ ਏਜਾਜ਼ ਦੀ ਕਿਤਾਬ ਪੰਜਾਬ ਦਾ ਲੋਕ ਇਤਿਹਾਸ। ਆਵਾਜ਼ ਮਨਪ੍ਰੀਤ ਸਹੋਤਾ। ਡਾਕਟਰ ਮਨਜ਼ੂਰ ਏਜਾਜ਼ ਇਸ ਸਮੇਂ USA ਦੀ ਵਰਜੀਨੀਆ ਸਟੇਟ ਵਿੱਚ ਰਹਿੰਦੇ ਨੇ। ਜਨਮ ਉਹਨਾਂ ਦਾ ਪਾਕਿਸਤਾਨ ਵਿੱਚ ਸਾਹੀਵਾਲ ਜ਼ਿਲ੍ਹੇ ਵਿੱਚ ਹੋਇਆ ਹੈ। ਉਹਨਾਂ ਨੇ ਇਕਨੋਮਿਕਸ ਵਿੱਚ PhD ਕੀਤੀ ਹੋਈ ਹੈ। ਲੰਮਾ ਸਮਾਂ ਉਹ ਲਾਹੌਰ ਵਿਚਲੀ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਰਹੇ ਨੇ। ਫਿਰ ਉਹਨਾਂ ਨੇ USA ਵਿੱਚ ਡਿਸਟ੍ਰਿਕਟ ਆਫ ਕੋਲੰਬੀਆ ਨਾਲ 12 ਵਰ੍ਹੇ ਬਤੌਰ ਅਰਥ ਸ਼ਾਸਤਰੀ ਜਾਂ ਇਕੋਨੋਮਿਸਟ ਕੰਮ ਕੀਤਾ ਹੈ। ਅੱਜ ਪੇਸ਼ ਹੈ ਡਾਕਟਰ ਮਨਜ਼ੂਰ ਏਜਾਜ਼ ਦੀ ਕਿਤਾਬ ਪੀਪਲਜ਼ ਹਿਸਟਰੀ ਆਫ ਪੰਜਾਬ ਜਾਂ ਪੰਜਾਬ ਦਾ ਲੋਕ ਇਤਿਹਾਸ ਦੀ ਭੂਮਿਕਾ। ਇਸ ਕਿਤਾਬ ਦੀ ਭੂਮਿਕਾ ਲਿਖੀ ਹੈ ਤਸਕੀਨ ਨੇ। ਇਸ ਕਿਤਾਬ ਪੰਜਾਬ ਦਾ ਲੋਕ ਇਤਿਹਾਸ ਵਿੱਚ ਪੰਜਾਬ ਨੂੰ ਵਿਲੱਖਣ ਜ਼ਾਵੀਏ ਰਾਹੀਂ ਵਾਚਿਆ ਗਿਆ ਹੈ। ਹੜੱਪੀ ਸੱਭਿਅਤਾ ਦੇ ਅਵਸ਼ੇਸ਼ਾਂ ਨੂੰ ਫਰੋਲਦਿਆਂ ਉਹਨਾਂ ਲੋਕਾਂ ਦੇ ਨੈਣ ਨਕਸ਼, ਰੰਗ, ਰੀਤੀ ਰਿਵਾਜ, ਖਾਣ ਪੀਣ ਦੀਆਂ ਸਮ੍ਰਿਤੀਆਂ ਤੋਂ ਲੈ ਕੇ ਉਹਨਾਂ ਦੀ ਭਾਸ਼ਾ, ਨਸਲ ਨੂੰ ਗਹੁ ਨਾਲ ਵਾਚਿਆ ਗਿਆ ਹੈ। 1000 ਸਾਲ ਪੁਰਾਣੇ ਪੰਜਾਬੀ ਸੱਭਿਆਚਾਰ, ਕਹਾਵਤਾਂ, ਗੀਤ, ਮਿੱਥਾਂ, ਅਖਾਣ, ਰਹੁ ਰੀਤਾਂ ਆਦਿ ਦੀ ਬਰੀਕਬੀਨੀ ਨਾਲ ਛਾਣਬੀਣ ਕਰਕੇ ਪੰਜਾਬੀ ਲੋਕਾਂ ਦੇ ਇਤਿਹਾਸ ਦੇ ਨੈਣ ਨਕਸ਼ਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਦੀ ਤਬਕਾਤੀ ਵੰਡ ਦੇ ਨਾਲ-ਨਾਲ ਨਸਲੀ ਵੰਡ ਨੂੰ ਵੀ ਸਾਫ਼-ਸਾਫ਼ ਚਿਤਰਿਆ ਗਿਆ ਹੈ। ਬਰਏ ਸਗੀਰ ਦੀ ਤਾਰੀਖ ਲਿਖਣ ਵਾਲੇ ਪੰਜਾਬ ਨੂੰ ਅਣਛੋਹਿਆ ਛੱਡ ਕੇ ਹਿੰਦੁਸਤਾਨ ਦੀ ਤਵਾਰੀਖ ਵਿੱਚ ਦੀ ਲੰਘ ਜਾਂਦੇ ਰਹੇ ਨੇ, ਜਦੋਂ ਕਿ ਪੰਜਾਬ ਤੇ ਸਿੰਧ ਬਰਏ ਸਗੀਰ ਦੇ ਇਤਿਹਾਸ ਦਾ ਅਹਿਮ ਤੇ ਪੁਰਾਤਨ ਖਿੱਤਾ ਹੈ। ਯੂਨਾਨ ਜਾਂ ਮੱਧ ਏਸ਼ੀਆ ਵਿੱਚੋਂ ਆਉਣ ਵਾਲੇ ਕਬੀਲਿਆਂ ਤੇ ਹਮਲਾਵਰਾਂ ਦਾ ਪਹਿਲਾ ਵਾਹ ਸਿੰਧ ਪੰਜਾਬ ਨਾਲ ਹੀ ਪੈਂਦਾ ਸੀ, ਭਾਵੇਂ ਕਿ ਇਸ ਦੇ ਪੰਜਾਬ ਨਾਂ ਤੋਂ ਪਹਿਲੇ ਨਾਂ ਕਦੇ ਸਪਤ ਸਿੰਧੂ, ਕਦੇ ਪੰਚ ਨਦ ਵੱਜਦੇ ਰਹੇ ਹੋਣ। ਮਨਜ਼ੂਰ ਏਜਾਜ਼ ਹੋਰੀ ਇਸ ਕਿਤਾਬ ਵਿੱਚ ਦੱਸਦੇ ਨੇ ਕਿ ਹਿੰਦੁਸਤਾਨ ਦੀ ਤਾਰੀਖ ਲਿਖਣ ਵਾਲਿਆਂ ਦੀ ਮੁੱਖ ਕਮਜ਼ੋਰੀ ਭਾਰਤ ਦੀ ਪਹਿਲੀ ਲਿਖਤ ਰਿਗਵੇਦ ਨੂੰ ਆਧਾਰ ਮੰਨ ਕੇ ਉਸ ਰਾਹੀਂ ਇਤਿਹਾਸ ਦੀ ਛਾਣਬੀਣ ਕਰਨਾ ਰਿਹਾ ਹੈ। ਪੰਜਾਬ ਦੇ ਲੋਕਾਂ ਦੀਆਂ ਮਾਨਤਾਵਾਂ ਵੱਲ ਇਤਿਹਾਸਕਾਰਾਂ ਨੇ ਕਦੇ ਨਜ਼ਰਸਾਨੀ ਨਹੀਂ ਕੀਤੀ ਅਤੇ ਇੱਥੋਂ ਤੱਕ ਕਿ ਪੰਜਾਬ ਦੇ ਸਾਹਿਤ ਨੂੰ ਵੀ ਅਣਗੌਲਿਆਂ ਕੀਤੀ ਰੱਖਿਆ, ਕਿਉਂਕਿ ਇੱਕਾ ਦੁੱਕਾ ਇਤਿਹਾਸਕਾਰਾਂ ਨੂੰ ਛੱਡ ਕੇ ਕੋਈ ਪੰਜਾਬੀ ਰਹਿਤਲ ਦਾ ਇਤਿਹਾਸਕਾਰ ਨਹੀਂ ਸੀ ਜੋ ਪੰਜਾਬੀ ਅਦਬ ਨੂੰ ਗਹੁ ਨਾਲ ਵਾਚਦਾ ਕਿ ਪੰਜਾਬ ਦੀ ਰਹਿਤਲ ਬਰੇ ਸਗੀਰ ਨਾਲੋਂ ਵੱਖ ਕਿਉਂ ਹੈ ਅਤੇ ਇਸ ਗੱਲ ਦੇ ਸਿੱਟੇ ਕੱਢ ਸਕਦਾ। ਪੰਜਾਬ ਨੂੰ ਇਹ ਤਾਂ ਕਿਹਾ ਜਾਂਦਾ ਰਿਹਾ ਹੈ ਕਿ ਪੰਜਾਬ ਗੁਰੂਆਂ, ਪੀਰਾਂ, ਫਕੀਰਾਂ, ਸੂਫੀਆਂ, ਸਿੱਧਾਂ, ਜੋਗੀਆਂ ਦੀ ਧਰਤੀ ਹੈ, ਪਰ ਇਹਨਾਂ ਦੀਆਂ ਲਿਖਤਾਂ ਤੇ ਜੀਵਨ ਢੰਗ ਤੇ ਵਿਹਾਰ ਦੇ ਆਪਣੇ ਕਦੀਮ ਪੰਜਾਬੀ ਵਿਰਸੇ ਨਾਲ ਬੱਝੇ ਕਿਸੇ ਰਿਸ਼ਤੇ ਤੇ ਸੰਵਾਦ ਨੂੰ ਅਣਗੌਲਿਆਂ ਹੀ ਛੱਡ ਦਿੱਤਾ ਜਾਂਦਾ ਰਿਹਾ। ਵਾਰਸ ਸ਼ਾਹ ਦੀਆਂ ਦੋ ਢੱਠੀਆਂ, ਹੀਰ ਤੇ ਸਹਿਤੀ, ਸਾਨੂੰ ਕਿਉਂ ਅਲੋਕਾਰੀਆਂ ਲੱਗਦੀਆਂ ਨੇ? ਅਸੀਂ ਇਸ ਨੂੰ ਅੱਜ ਦੇ ਨਾਰੀਵਾਦ ਵਿੱਚੋਂ ਤਲਾਸ਼ਣ ਦੀ ਅਹਿਮ ਕਾਰਨਾ ਗਲਤੀ ਕਰਦੇ ਹਾਂ, ਜਦੋਂ ਕਿ ਵਾਰਸ ਦੀਆਂ ਇਹ ਦੋ ਔਰਤਾਂ ਆਪਣੇ ਪੁਰਾਤਨ ਮਾਦਵੀ ਨਿਜ਼ਾਮ ਦੀ ਰਹਿੰਦ ਖੂੰਹਦ ਦੇ ਜਿਉਂਦੇ ਜਾਗਦੇ ਅਵਸ਼ੇਸ਼ ਨੇ। ਜਿਵੇਂ ਹੜੱਪਾ ਤੇ ਉਸੇ ਸੱਭਿਅਤਾ ਦੇ ਹੋਰ ਸ਼ਹਿਰ ਸਾਡੇ ਲਈ ਪੁਰਾਤਨ ਪੰਜਾਬੀ ਵਿਰਸੇ ਤੇ ਇਤਿਹਾਸ ਦੀ ਰਹਿਤਲ ਦੇ ਅਵਸ਼ੇਸ਼ ਨੇ। ਇਸਲਾਮ ਤੋਂ ਪਹਿਲਾਂ ਇਤਿਹਾਸ ਦੀ ਮਹੱਤਤਾ ਵੱਲ ਨਜ਼ਰਸਾਨੀ ਕੀਤੀ ਨਹੀਂ ਮਿਲਦੀ। ਇਤਿਹਾਸ ਦੇ ਨਾਂ ਤੇ ਬਾਦਸ਼ਾਹਾਂ ਤੇ ਅਮੀਰਾਂ ਦੇ ਕਿੱਸੇ ਹੀ ਇਤਿਹਾਸ ਗੋਈ ਸਨ। ਬਰੇ ਸਗੀਰ ਦੇ ਇਤਿਹਾਸ ਬਾਰੇ ਪਹਿਲੀ ਪ੍ਰਮਾਣਕ ਕਿਤਾਬ ਅਲ-ਬਰੂਨੀ ਦੀ ਅਲ-ਹਿੰਦ ਹੀ ਮੰਨੀ ਜਾਂਦੀ ਰਹੀ ਹੈ, ਪਰ ਉਸ ਨੇ ਵੀ ਪੰਜਾਬ ਤੇ ਸਰਸਰੀ ਝਾਤ ਮਾਰ ਕੇ ਛੱਡ ਦਿੱਤਾ ਹੈ। ਮਨਜ਼ੂਰ ਏਜਾਜ਼ ਉਸ ਨੂੰ ਇੰਦਰਾਜ ਕਰਦੇ ਹੋਏ ਆਖਦੇ ਨੇ ਕਿ ਪੰਜਾਬ ਦੇ ਮਰਦ ਹਰ ਕੰਮ ਆਪਣੀ ਬੁੱਢੀ ਨੂੰ ਪੁੱਛ ਕੇ ਕਰਦੇ ਨੇ, ਜਦੋਂ ਕਿ ਮੱਧ ਏਸ਼ੀਆ 'ਚ ਐਸਾ ਨਹੀਂ। ਪਰ ਅਲ-ਬਰੂਨੀ ਨੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਦੀ ਇਸ ਖਾਸੀਅਤ ਦਾ ਕਾਰਨ ਕੀ ਹੋ ਸਕਦਾ। ਇਸ ਕਿਤਾਬ ਨੇ ਇੱਕ ਹੋਰ ਨਵੇਂ ਨਕੋਰ ਜ਼ਾਵੀਏ ਤੋਂ ਵੀ ਪੰਜਾਬ ਨੂੰ ਵਾਚਿਆ, ਤੇ ਉਹ ਹੈ ਜੀਨਸ ਦੀ ਖੋਜ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਿਹਤਰੀਨ ਤਾਰਕਿਕ ਤਰੀਕੇ ਨਾਲ ਸ਼ਾਮਲ ਕਰਨਾ। ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਉੱਪਰਲੀ ਜ਼ਾਤ ਜਮਾਤ, ਖਾਸ ਕਰਕੇ ਬ੍ਰਾਹਮਣਾਂ ਦੇ ਜੀਨਸ ਯੂਰਪੀਆਂ ਦੇ ਨਾਲ ਮੇਲ ਖਾਂਦੇ ਨੇ ਤੇ ਕਾਲੇ ਲੋਕਾਂ ਦੀ ਬਹੁ ਗਿਣਤੀ ਦੇ ਜੀਨਸ ਅਫਰੀਕਨ ਲੋਕਾਂ ਨਾਲ ਮੇਲ ਖਾਂਦੇ ਨੇ। ਮਰਾਸੀਆਂ ਨੂੰ ਏਜਾਜ਼ ਨੇ ਵਿਸ਼ੇਸ਼ ਤੌਰ ਤੇ ਖੋਜਿਆ ਕਿ ਉਹਨਾਂ ਦਾ ਸੰਬੰਧ ਹੜੱਪਾ ਸੱਭਿਅਤਾ ਨਾਲ ਮੇਲ ਖਾਂਦਾ ਹੈ, ਤੇ ਇੱਥੋਂ ਤੱਕ ਕਿ ਮਹਾਭਾਰਤ ਨੂੰ ਜੋੜਨ ਵਿੱਚ ਵੀ ਮਰਾਸੀਆਂ ਜਾਂ ਮੀਰਜ਼ਾਦਿਆਂ ਦੀ ਵਿਸ਼ੇਸ਼ ਦੇਣ ਹੈ। ਇਸ ਕਿਤਾਬ ਰਾਹੀਂ ਇਤਿਹਾਸ ਦੇ ਬਹੁਤ ਸਾਰੇ ਹਨੇਰੇ ਪੱਖ ਨੂੰ ਰੌਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਰਿਗਵੇਦ ਦੀ ਰਚਨਾ ਭਾਵੇਂ ਪੁਰਾਤਨ ਪੰਜਾਬ ਵਿੱਚ ਹੋਈ, ਮਗਰ ਉਸ ਵਿਚਲੀਆਂ ਸ਼ਰੂਤੀਆਂ ਇਹ ਦੱਸ ਪਾਉਂਦੀਆਂ ਨੇ ਕਿ ਇੰਦਰ ਨੇ ਅਸੁਰਾਂ ਦਾ ਸੰਹਾਰ ਕੀਤਾ। ਇਸ ਤੋਂ ਭਾਵ ਕਿ ਪਹਿਲੇ ਆਰੀਅਨ ਟੋਲਿਆਂ ਦੀ ਆਮਦ ਨੇ ਸਥਾਨਕ ਬਣੀਆਂ ਹੋਈਆਂ ਚੀਜ਼ਾਂ, ਰਵਾਇਤਾਂ ਨੂੰ ਇੱਥੋਂ ਦੇ ਲੋਕਾਂ ਸਮੇਤ ਤਬਾਹ ਕੀਤਾ ਤੇ ਗੁਲਾਮ ਬਣਾਇਆ। ਹਜ਼ਾਰਾਂ ਕਬੀਲੇ ਇੱਕ ਦੂਸਰੇ ਉੱਪਰ ਹਮਲੇ ਕਰਦੇ ਆਏ ਨੇ ਤੇ ਹਮੇਸ਼ਾ ਵਸੀਆਂ ਹੋਈਆਂ ਸੱਭਿਅਤਾਵਾਂ ਹੀ ਨੁਕਸਾਨ 'ਚ ਰਹਿੰਦੀਆਂ ਨੇ, ਕਿਉਂਕਿ ਉਹ ਜੰਗੀ ਅਭਿਆਸ ਬਿਨਾਂ ਸੁਸਤ ਹੋ ਜਾਂਦੀਆਂ ਨੇ। ਪਰ ਲੜਾਕੂ ਕਬੀਲੇ ਜੇਤੂ ਰਹਿੰਦੇ ਨੇ, ਤੇ ਜੇ ਉਹਨਾਂ ਕੋਲ ਜੰਗੀ ਸਮਾਨ ਵੀ ਵਸੀ ਹੋਈ ਸੱਭਿਅਤਾ ਤੋਂ ਨਵੀਨ ਹੋਵੇ ਤਾਂ ਉਹਨਾਂ ਦਾ ਜੇਤੂ ਹੋਣਾ ਸੁਭਾਵਕ ਹੁੰਦਾ ਹੈ। ਆਰੀਅਨਾਂ ਕੋਲ ਵੀ ਦੋ ਨਵੀਆਂ ਜੰਗੀ ਮਸ਼ੀਨਾਂ ਸਨ, ਘੋੜੇ ਤੇ ਰੱਥ। ਜਿਵੇਂ ਤੁਰਕਾਂ ਕੋਲ ਘੋੜੇ ਦੀ ਸਵਾਰੀ ਲਈ ਵਿਕਸਿਤ ਤਕਨੀਕ ਰਕਾਬ ਸੀ ਤੇ ਬਾਬਰ ਕੋਲ ਤੋਪ।
ਆਰੀਅਨ ਹਮਲਾਵਰਾਂ ਦੀ ਵੱਖਰਤਾ ਇਹ ਰਹੀ ਕਿ ਉਹਨਾਂ ਰੰਗ ਨੂੰ ਨਸਲ ਦਾ ਆਧਾਰ ਬਣਾ ਕੇ ਤਬਕਾਤੀ ਵੰਡ ਕੀਤੀ। ਆਪਣੀ ਗੋਰੀ ਚਮੜੀ ਨੂੰ ਯੂਰਪੀਨ ਗੋਰਿਆਂ ਵਾਂਗ ਉੱਤਮ ਮੰਨ ਕੇ ਇੱਥੋਂ ਦੇ ਹੜੱਪੀਅਨ ਕਾਲੇ ਵੰਸ਼ਜਾਂ ਨੂੰ ਨਫ਼ਰਤ ਕੀਤੀ ਤੇ ਰੰਗ ਦੇ ਆਧਾਰ 'ਤੇ ਹੀ ਇਹਨਾਂ ਨੂੰ ਹੇਠਲੇ ਵਰਣ ਜਾਂ ਰੰਗ ਅਤੇ ਜਮਾਤ ਵਿੱਚ ਸੁੱਟ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਆਰੀਅਨ ਸਮਾਜ ਆਰਥਿਕ ਵਿਕਾਸ ਦੇ ਪਿਛਲੇ ਮੋੜ 'ਤੇ ਹੋਣ ਦੇ ਬਾਵਜੂਦ ਚਰਵਾਹਾਗਿਰੀ ਨੂੰ ਉੱਤਮ ਸਿੱਧ ਕਰਦਿਆਂ ਤੇ ਖੇਤੀ ਦੇ ਮਿਹਨਤ ਭਰੇ ਕੰਮ ਨੂੰ ਨਖਿੱਧ ਗਰਦਾਨਦਿਆਂ ਉਸ ਨੂੰ ਸ਼ੂਦਰ ਵਰਣ ਦੇ ਲਕਬ ਵਿੱਚ ਬੰਨ੍ਹ ਕੇ ਉਹਨਾਂ ਦੇ ਸਾਰੇ ਹੱਕ ਖੋਹ ਲਏ ਗਏ। ਮਗਰੋਂ ਚਰਵਾਹਾਗਿਰੀ ਲਈ ਵੀ ਇੱਥੋਂ ਦੇ ਸਥਾਨਕ ਕਬੀਲਿਆਂ ਨੂੰ ਗੁਲਾਮ ਬਣਾ ਕੇ ਵਾਗੀ ਦੇ ਕੰਮ ਲਾ ਦਿੱਤਾ ਗਿਆ ਤੇ ਫਿਰ ਇਹ ਕੰਮ ਨਖਿੱਧ ਧੰਦਾ ਬਣਦਾ ਗਿਆ। ਇਤਿਹਾਸ ਸਾਨੂੰ ਦੱਸਦਾ ਹੈ ਕਿ ਅਜਿਹੀ ਸਥਿਤੀ ਭਾਵੇਂ ਆਰੀਅਨ ਦੇ ਆਉਣ ਤੋਂ ਬਹੁਤ ਬਾਅਦ ਵਾਪਰੀ, ਪਰ ਇਸ ਦੀਆਂ ਜੜ੍ਹਾਂ ਆਰੀਅਨਾਂ ਦੀਆਂ ਰੰਗੀਨ ਨਸਲੀ ਨਫ਼ਰਤਾਂ ਵਿੱਚ ਹੀ ਪਈਆਂ ਸਨ, ਜਿਵੇਂ ਰਿਗਵੇਦ 'ਚ ਇਸ਼ਾਰਤਨ ਦਿਖਾਈ ਦਿੰਦਾ ਹੈ। ਹਿੰਦੁਸਤਾਨ ਦਾ ਇਤਿਹਾਸ ਲਿਖਣ ਵਾਲਿਆਂ ਲਈ ਜਦੋਂ ਤੱਕ ਹੜੱਪਾ ਤੇ ਮੋਹਨਜਾਦੜੋ ਦੀ ਖੁਦਾਈ ਮੌਜੂਦ ਨਹੀਂ ਸੀ, ਉਦੋਂ ਤੱਕ ਤਾਂ ਰਿਗਵੇਦ ਨੂੰ ਮੁੱਢਲਾ ਸਰੋਤ ਮੰਨਿਆ ਜਾ ਸਕਦਾ ਸੀ। ਪਰ ਹੜੱਪਾ ਦੀ ਖੁਦਾਈ ਤੋਂ ਬਾਅਦ ਵੀ ਇੱਥੋਂ ਦੇ ਲੋਕਾਂ ਦੀ ਰਹਿਤਲ, ਯਾਦਾਂ, ਸਮ੍ਰਿਤੀਆਂ, ਸੱਭਿਆਚਾਰ, ਕਥਾਵਾਂ, ਗੀਤ, ਮੁਹਾਵਰੇ ਕੀ ਇੱਕਦਮ ਅਲੋਪ ਹੋ ਗਏ ਹੋਣਗੇ? ਇਸ ਉੱਪਰ ਭਾਰਤੀ ਇਤਿਹਾਸਕਾਰਾਂ ਨੇ ਨਜ਼ਰਸਾਨੀ ਹੀ ਨਹੀਂ ਕੀਤੀ, ਕਿਉਂਕਿ ਉਹਨਾਂ ਦਾ ਖੋਜ ਢੰਗ ਵੀ ਬਰੇ ਸਗੀਰ ਦੇ ਸਿਸਟਮ ਵਾਂਗ ਬ੍ਰਿਟਿਸ਼ ਜਾਂ ਯੂਰਪੀਅਨ ਹੈ। ਇੰਡੋਲੋਜਿਸਟਾਂ ਦੀ ਪੰਜਾਬ ਜਾਂ ਬਰੇ ਸਗੀਰ ਨੂੰ ਵੇਖਣ ਦੀ ਵਿਚਾਰਧਾਰਾ ਨਾਲ ਜਦ ਤੱਕ ਸਿੰਚਾਈ ਹੁੰਦੀ ਰਹੇਗੀ, ਸਿੱਟੇ ਬਹੁਤਾ ਵਖਰੇਵਾਂ ਨਹੀਂ ਧਾਰਨ ਕਰ ਸਕਣਗੇ। ਇੱਕਾ ਦੁੱਕਾ ਇਤਿਹਾਸਕਾਰਾਂ ਨੇ ਸਾਹਿਤ ਵਿੱਚੋਂ ਇਤਿਹਾਸ ਨੂੰ ਵਾਚਣ ਦੇ ਯਤਨ ਕੀਤੇ, ਪਰ ਪੰਜਾਬ ਦੇ ਇਤਿਹਾਸ ਲਈ ਕੋਈ ਠੋਸ ਉਪਰਾਲਾ ਨਹੀਂ ਹੋਇਆ ਤੇ ਪੰਜਾਬ ਦੇ ਪੜ੍ਹਾਏ ਜਾਂ ਰਟਾਏ ਜਾਣ ਵਾਲੇ ਇਤਿਹਾਸ ਦੀ ਉਮਰ ਵੀ ਮਰ ਕੇ 550 ਸਾਲ ਪੁਰਾਣੀ ਮਿਥ ਦਿੱਤੀ ਗਈ ਹੈ, ਜਦੋਂ ਕਿ ਪੰਜਾਬ ਤਾਂ ਆਰੀਅਨ ਦੇ ਆਉਣ ਤੋਂ ਪਹਿਲਾਂ ਹੀ ਮਾਨਵੀ ਵਿਕਾਸ ਦੀ ਸਿਖਰ ਛੋਹ ਚੁੱਕਾ ਸੀ। ਹੜੱਪਾ ਵਰਗੇ ਵਿਕਸਿਤ ਸ਼ਹਿਰ ਪੰਜਾਬ ਦੀ ਧਰਤ ਦਾ ਹਾਸਲ ਰਹੇ ਨੇ ਤੇ ਹੁਣ ਤਾਂ ਹੜੱਪੀਅਨ ਸੱਭਿਅਤਾ ਦੇ ਬਹੁਤ ਸਾਰੇ ਸ਼ਹਿਰ ਖੁਦਾਈ ਰਾਹੀਂ ਸਾਡਾ ਹਾਸਲ ਹੋ ਨਿਬੜੇ ਨੇ। ਵੇਖਣ ਵਿੱਚ ਆਇਆ ਹੈ ਕਿ ਇਤਿਹਾਸ ਵਿੱਚ ਜ਼ਿਕਰਹੀਣ ਲੋਕਾਂ ਦੀਆਂ ਯਾਦਾਂ, ਰਹਿਣ ਸਹਿਣ, ਲੋਕ ਗੀਤਾਂ ਤੇ ਸਾਹਿਤ ਵਿੱਚ ਮੌਖਿਕ ਇਤਿਹਾਸ ਕੀਮਤੀ ਖਜ਼ਾਨੇ ਵਾਂਗ ਪਿਆ ਹੁੰਦਾ ਹੈ। ਲੋਕ ਗੀਤ, ਮੁਹਾਵਰੇ, ਅਖਾਣ, ਅਦਬ ਵਿਚਲੇ ਬਿੰਬ ਇਤਿਹਾਸ ਦਾ ਭਾਰ ਚੁੱਕੀ ਸਾਡੇ ਨਾਲ ਚੱਲ ਰਹੇ ਹੁੰਦੇ ਨੇ। ਲੋੜ ਉਹਨਾਂ ਵਿੱਚੋਂ ਇਤਿਹਾਸ ਦੇ ਸੰਕਲਪਾਂ ਦੀ ਜਾਂਚ ਕਰਨ ਹੀ ਹੁੰਦੀ ਏ। ਭਾਵ ਮੌਖਿਕ ਅਦਬ ਦੀ ਬਿੰਬਾਵਲੀ ਰਾਹੀਂ ਚਿਤਰੀ ਮਾਨਵ ਸਥਿਤੀਆਂ ਦੀ ਪੇਸ਼ਕਾਰੀ ਹੁੰਦੀ ਹੈ ਤੇ ਇਤਿਹਾਸਕਾਰ ਇਹਨਾਂ ਸਥਿਤੀਆਂ ਦਾ ਸੰਕਲਪੀਕਰਨ ਕਰਦਾ ਹੈ। ਇਹ ਦੋਵੇਂ ਇੱਕ ਦੂਜੇ ਦੇ ਪੂਰਕ ਵੀ ਨੇ ਤੇ ਇਹਨਾਂ ਦੇ ਸੰਬੰਧ ਵਿਰੋਧ ਵਿਕਾਸੀ ਜਾਂ ਡਾਇਲੈਕਟੀਕਲ ਰਿਲੇਸ਼ਨ ਲੜੀ ਵਿੱਚ ਵੀ ਪਰੋਏ ਹੁੰਦੇ ਨੇ। ਇਤਿਹਾਸ ਤਬਕਾਤੀ ਵੰਡ ਨੂੰ ਸਮਝਣ ਦਾ ਇੱਕ ਮਾਧਿਅਮ ਹੈ, ਮਗਰ ਸੱਤਾ ਉੱਪਰ ਬਿਰਾਜਮਾਨ ਜਮਾਤਾਂ ਇਤਿਹਾਸ ਨੂੰ ਬਿਲਕੁਲ ਉਲਟ ਡਿਗਰੀ ਤੇ ਪੇਸ਼ ਕਰਦੀਆਂ ਨੇ, ਕਿਉਂਕਿ ਇਸ ਰਾਹੀਂ ਉਹ ਆਪਣੇ ਮੁਫਾਦ ਪੂਰੇ ਕਰ ਸਕਦੀਆਂ ਨੇ। ਕਾਬਜ਼ ਜਮਾਤਾਂ ਲੋਕਾਂ ਦੇ ਇਤਿਹਾਸ ਨੂੰ ਲੋਕਾਂ ਨੂੰ ਨਹੀਂ ਸੁਣਾ ਸਕਦੀਆਂ। ਇਹ ਕੰਮ ਬਹੁਤ ਯੁੱਗਾਂ ਤੋਂ ਉਹਨਾਂ ਦਾ ਮੌਖਿਕ ਸਾਹਿਤ ਤੇ ਉਹਨਾਂ ਦੇ ਵਿਦਵਾਨ ਕਰਦੇ ਆਏ ਨੇ। ਇਤਿਹਾਸ ਇਸ ਮੌਖਿਕ ਸਾਹਿਤ ਦੀ ਜਾਂ ਓਰਲ ਲਿਟਰੇਚਰ ਦੀ ਸਬ ਟੈਕਸਟ ਵਿੱਚ ਮੌਜੂਦ ਰਹਿੰਦਾ ਹੈ। ਲੋੜ ਇਸ ਨੂੰ ਡੀਕੋਡ ਕਰਕੇ ਇਸ ਦੇ ਸੰਕਲਪੀਕਰਨ ਦੀ ਹੁੰਦੀ ਹੈ। ਬਰੇ ਸਗੀਰ ਦੇ ਇਤਿਹਾਸਕਾਰ ਪੰਜਾਬੀ ਜ਼ੁਬਾਨ ਦੇ ਕੀਮਤੀ ਖਜ਼ਾਨੇ ਤੋਂ ਵਾਂਝੇ ਕਿਤਾਬਾਂ 'ਚੋਂ ਸਾਹਿਤ ਕੱਢਣ ਦੀ ਭਾਰੀ ਮੁਸ਼ੱਕਤ ਕਰਦੇ ਰਹੇ ਨੇ। ਮਨਜ਼ੂਰ ਏਜਾਜ਼ ਨੇ ਪੰਜਾਬੀ ਜ਼ੁਬਾਨ ਦੀ ਤਾਕਤ ਨੂੰ ਸਮਝਦਿਆਂ ਪੰਜਾਬੀਆਂ ਦਾ ਨਿੱਗਰ ਇਤਿਹਾਸ ਖੋਜਿਆ, ਜੋ ਬਰੇ ਸਗੀਰ ਦੇ ਇਤਿਹਾਸ ਤੋਂ ਅਲੱਗਾ ਹੈ, ਕਿਉਂਕਿ ਭਾਰਤ ਨੂੰ ਕੌਮ ਵਜੋਂ ਪੇਸ਼ ਕਰਨਾ ਰਾਸ਼ਟਰਵਾਦੀ ਇਤਿਹਾਸਕ ਛਲ ਕਪਟ ਹੈ। ਬਰੇ ਸਗੀਰ ਇੱਕ ਬਹੁ ਕੌਮੀ ਖਿੱਤਾ ਹੈ। ਇਸ ਵਿੱਚ ਪੰਜਾਬੀ ਵੀ ਇੱਕ ਵਸੀਹ ਤੇ ਅਲੱਗਾ ਕੌਮ ਹੈ, ਜਿਸ ਦਾ ਆਪਣਾ ਸਾਹਿਤ, ਸੱਭਿਆਚਾਰ ਤੇ ਸਮਾਜ ਹੈ, ਜਿਸ ਦਾ ਆਪਣਾ ਵਿਰਸਾ ਤੇ ਇਤਿਹਾਸ ਹੈ, ਜੋ ਆਰੀਅਨ ਤੋਂ ਪਹਿਲਾਂ ਦੇ ਮੁਕਾਮੀ ਲੋਕਾਂ ਦੀ ਧਰਤ ਹੈ, ਜਿਨ੍ਹਾਂ ਨੇ ਆਰੀਅਨ ਹਮਲਿਆਂ ਨੂੰ ਝੱਲਿਆ। ਦੋਵਾਂ ਦਰਮਿਆਨ ਸਦੀਆਂ ਤੱਕ ਵਿਚਾਰਕ ਤੇ ਪ੍ਰਮਾਣਕ ਯੁੱਧ ਹੁੰਦੇ ਰਹੇ। ਸਹਿ ਹੋਂਦ ਵੀ ਕਾਇਮ ਹੋਈ, ਭਾਵ ਕੋਐਗਜ਼ਿਸਟੈਂਸ ਵੀ ਹੋਈ, ਪਰ ਛਲ ਕਪਟ ਦੀ ਮੁੱਖ ਧਾਰਾ ਨੇ ਵਰਣ ਜਾਂ ਰੰਗ ਨੂੰ ਕਦੇ ਵੀ ਆਵਾਗਾਉਣ ਨਹੀਂ ਜਾਣਿਆ। ਆਰੀਅਨਾਂ ਨੇ ਇਹਨਾਂ ਦੀ ਮੁਕਾਮੀ ਤਾਕਤ ਨੂੰ ਵਰਤਿਆ, ਪਰ ਰੰਗ ਭੇਦ ਨੂੰ ਕਦੀ ਨਾ ਤਿਆਗਿਆ। ਸਗੋਂ ਇਹ ਰੰਗ ਭੇਦ ਹੀ ਬਾਅਦ ਵਿੱਚ ਤਬਕਾਤੀ ਵੰਡ ਵਿੱਚ ਬ੍ਰਾਹਮਣਿਕ ਵਿਚਾਰਧਾਰਾ ਦੀ ਮੂਲ ਚੂਲ ਬਣ ਗਿਆ। ਮੁਕਾਮੀ ਕਾਲੇ ਲੋਕ ਸਦੀਆਂ ਤੱਕ ਆਰੀਅਨ ਵਿਚਾਰਧਾਰਾ ਨਾਲ ਲੜਦੇ ਰਹੇ, ਪਰ ਆਖਰਕਾਰ ਭਗਤੀ ਵਿਚਾਰਧਾਰਾ ਰਾਹੀਂ ਇਹਨਾਂ ਦੇ ਸਾਹਿਤ ਤੇ ਆਕਰੋਸ਼ ਨੂੰ ਆਤਮਸਾਤ ਕਰ ਲਿਆ ਗਿਆ। ਇਹ ਸਭ ਕੁਝ ਗੰਗਾ ਦੇ ਮੈਦਾਨ ਦੀ ਵਸੇਬ ਤੋਂ ਬਾਅਦ ਵਾਪਰਿਆ। ਪੰਜਾਬ ਦੇ ਆਰੀਅਨਾਂ ਦੀ ਆਮਦ ਤੋਂ ਪਹਿਲਾਂ ਦੇ ਮੁਕਾਮੀ ਲੋਕਾਂ ਦਾ ਬ੍ਰਾਹਮਣਿਕ ਵਿਚਾਰਧਾਰਾ ਦੇ ਖਿਲਾਫ ਜੰਗ ਦਾ ਇਤਿਹਾਸ ਲੰਬਾ ਹੈ, ਜਿਸ ਲਈ ਬੁੱਧ ਦੇ ਵਰਣ ਤੇ ਰੱਬ ਰਹਿਤ ਵਿਚਾਰਾਂ ਨੇ ਬਾਅਦ ਵਿੱਚ ਲੰਬਾ ਸਹਿਯੋਗ ਕੀਤਾ, ਕਿਉਂਕਿ ਯੋਗ ਦੇ ਵਿਚਾਰਾਂ ਦੀ ਉਤਪਤੀ ਦਾ ਕੇਂਦਰ ਵੀ ਪੰਜਾਬ ਸੀ। ਯੋਗ ਦੇ ਵਿਚਾਰਾਂ ਨੂੰ ਬੋਧੀ ਧਾਰਾ ਅਸਲੋਂ ਸੂਤ ਬੈਠਦੀ ਸੀ, ਜੋ ਜਾਤੀ, ਤਬਕਾਤੀ ਤੇ ਲਿੰਗਕ ਮਾਨਵੀ ਵੰਡ ਦੇ ਖਿਲਾਫ ਸੀ।
ਇਸ ਲਈ ਬ੍ਰਾਹਮਣਵਾਦ ਪੰਜਾਬ ਵਿੱਚ ਉਸ ਤਰ੍ਹਾਂ ਦੇ ਪੈਰ ਸਦੀਆਂ ਤੱਕ ਨਹੀਂ ਪਸਾਰ ਸਕਿਆ ਜਿਵੇਂ ਉਸਨੇ ਭਾਰਤ ਨੂੰ ਕਬਜ਼ੇ ਵਿੱਚ ਲੈ ਲਿਆ। ਬਹੁਤ ਬਾਅਦ ਮਨੂ ਨੂੰ ਸਮ੍ਰਿਤੀ ਵਿੱਚ ਇਹ ਕਹਿਣਾ ਪਿਆ ਕਿ ਵਰਣਧਾਰਾ ਦੀ ਹੱਦ ਕੁਰੂਕਸ਼ੇਤਰ ਹੈ, ਇਸ ਤੋਂ ਅੱਗੇ ਮਲੇਸ਼ ਦੇਸ਼ ਹੈ। ਵਰਣਧਾਰਾ ਦੇ ਲੋਕਾਂ ਨੂੰ ਮਲੇਸ਼ ਦੇਸ਼ ਵਿੱਚ ਜਾਣ ਦੀ ਆਗਿਆ ਨਹੀਂ ਹੈ, ਭਾਵ ਕਿ ਤਕਰੀਬਨ 5ਵੀਂ-6ਵੀਂ ਸਦੀ ਤੱਕ ਵੀ ਇਹਨਾਂ ਹੜੱਪੀਅਨ ਵਿਚਾਰਾਂ ਦੀ ਨਿੱਘਰ ਮੌਜੂਦਗੀ ਪਈ ਸੀ, ਜੋ ਮਨੂ ਦੀ ਪ੍ਰਗਟ ਚਿੰਤਾ ਵਿੱਚ ਮਲੇਸ਼ ਵਜੋਂ ਦਿਖਾਈ ਦੇ ਰਹੀ ਹੈ। ਮੱਧਕਾਲੀ ਸਾਹਿਤ ਦੇ ਪੰਜਾਬ ਵਿੱਚ ਹਰ ਪਾਸੇ ਜੋਗ ਤੇ ਜੋਗੀ ਬਾਰੇ ਚਰਚਾ ਹੋ ਰਹੀ ਹੈ। ਆਧੁਨਿਕ ਪੰਜਾਬੀ ਆਲੋਚਨਾ ਤੇ ਇਤਿਹਾਸ ਇਸ ਤੋਂ ਕਿਨਾਰੇ ਦੀ ਹੋ ਕੇ ਲੰਘ ਜਾਂਦੇ ਨੇ। ਜੋਗ ਆਰੀਅਨਾਂ ਦੇ ਹਮਲਿਆਂ ਤੋਂ ਪਹਿਲਾਂ ਦਾ ਭੌਤਿਕ ਦਰਸ਼ਨ ਹੈ। ਬ੍ਰਾਹਮਣਿਕ ਵਿਚਾਰਧਾਰਾ ਦੇ ਸਮੁੱਚੇ ਗ੍ਰੰਥ ਇਸ ਦਰਸ਼ਨ ਦੀਆਂ ਮਾਨਤਾਵਾਂ ਜਾਂ ਵਿਚਾਰਾਂ ਦੇ ਨਿਖੇਧ ਦਰ ਨਿਖੇਧ ਚੋਂ ਪਿਤਰੀ ਨਿਜ਼ਾਮ ਦੀ ਵਕਾਲਤ ਕਰਦਿਆਂ ਬ੍ਰਾਹਮਣਿਕ ਨੀਹਾਂ ਨੂੰ ਪੱਕਿਆਂ ਕਰਨ ਵਿੱਚ ਰੁੱਝੇ ਨਜ਼ਰ ਆਉਂਦੇ ਨੇ। ਬ੍ਰਾਹਮਣਿਕ ਗ੍ਰੰਥਾਂ ਦਾ ਸਦੀਆਂ ਤੱਕ ਜੋਗ ਦੇ ਭੌਤਿਕ ਵਿਚਾਰਾਂ ਦੀ ਨਿਖੇਧੀ ਦਾ ਕਾਰਨ ਸਾਫ਼ ਹੈ, ਕਿਉਂਕਿ ਜੋਗ ਕਿਸੇ ਜ਼ਾਤ, ਧਰਮ, ਈਸ਼ਵਰ ਦੀ ਗੈਰ ਹਾਜ਼ਰੀ 'ਚ ਭੌਤਿਕਵਾਦੀ ਲੀਹ ਉੱਪਰ ਉਸਰੇ ਮਾਨਵੀ ਵਿਚਾਰਾਂ ਨੂੰ ਕੇਂਦਰ ਵਿੱਚ ਰੱਖ ਕੇ ਮਨੁੱਖ ਨੂੰ ਹੀ ਸਭ ਕੁਝ ਦੇ ਸਮਰੱਥ ਸਮਝਣ ਦਾ ਦਰਸ਼ਨ ਸੀ। ਦੇਵੀ ਪ੍ਰਸਾਦ ਚੱਟੋਪਾਧਿਆਏ ਦੀ ਕਿਤਾਬ ਲੋਕਾਇਤ ਬਹੁਤ ਬਰੀਕੀ ਨਾਲ ਇਸ ਦਰਸ਼ਨ ਦੇ ਮਹੱਤਵ ਨੂੰ ਖੋਜਦੀ ਹੈ। ਇਹ ਕੇਵਲ ਦਰਸ਼ਨ ਨਹੀਂ, ਹੜੱਪੀਅਨ ਲੋਕਾਂ ਦੀ ਤਾਰਕਿਕ ਜੀਵਨ ਸ਼ੈਲੀ ਵੀ ਸੀ। ਆਰੀਅਨਾਂ ਦੇ ਆਉਣ ਵੇਲੇ ਹੜੱਪੀਅਨ ਸਮਾਜ ਵਾਈ ਬੀਜੀ ਦੀ ਉੱਚਤਮ ਅਵਸਥਾ ਤੱਕ ਪਹੁੰਚ ਚੁੱਕਾ ਸੀ, ਜਦੋਂ ਕਿ ਆਰੀਅਨ ਚਰਵਾਇਆਂ ਦੇ ਮਨੁੱਖੀ ਵਿਕਾਸ ਤੱਕ ਹੀ ਪਹੁੰਚੇ ਸਨ। ਹੜੱਪੀਅਨ ਸਮਾਜ ਗੁੜ ਬਣਾਉਣ ਦੀ ਪੇਚੀਦਾ ਤਕਨੀਕ ਨੂੰ ਹਾਸਲ ਕਰ ਚੁੱਕਾ ਸੀ, ਜੋ ਲੰਬੇ ਵਸੇਬ ਤੇ ਚਿੰਤਨ ਤੋਂ ਬਾਅਦ ਹੀ ਹਾਸਲ ਕੀਤੀ ਜਾ ਸਕਦੀ ਹੈ। ਮੁੱਢ ਵਿੱਚ ਕਿਵੇਂ ਵਾਈ ਬੀਜੀ ਔਰਤ ਕੇਂਦਰਿਤ ਹੁੰਦੀ ਹੈ, ਇਸ ਬਾਰੇ ਅੱਗੇ ਗੱਲ ਕਰਾਂਗੇ। ਮੁੱਢ 'ਚ ਜਦੋਂ ਵਾਈ ਬੀਜੀ ਔਰਤ ਕੇਂਦਰਿਤ ਸੀ ਤਾਂ ਜ਼ਾਹਿਰ ਹੈ ਕਿ ਉਸ ਸਮਾਜ ਦੀ ਮੁੱਖ ਕਰਤਾ ਧਰਤਾ ਵੀ ਔਰਤ ਹੀ ਹੋਏਗੀ। ਜੋਗ ਸਰੀਰ ਨੂੰ ਸਾਧਣ ਦੇ ਨਿਜ਼ਾਮ ਦੀ ਪੈਰਵਾਈ ਕਰਦਾ ਹੈ। ਉਸ ਦਾ ਮੰਨਣਾ ਹੈ ਕਿ ਸਰੀਰ ਨੂੰ ਸਾਧ ਕੇ ਹਰ ਭੌਤਿਕ ਸ਼ਕਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਵਾਈ ਬੀਜੀ ਵਿੱਚ ਫਸਲਾਂ ਬੀਜਣ ਤੋਂ ਪੱਕਣ ਤੱਕ ਲੰਮਾ ਵਕਤ ਲੈਂਦੀਆਂ ਨੇ ਤੇ ਇਸ ਲਈ ਬੰਦੇ ਨੂੰ ਮੁਕੰਮਲ ਕੁਦਰਤ 'ਤੇ ਨਿਰਭਰ ਰਹਿਣਾ ਪੈਂਦਾ ਹੈ। ਇਸੇ 'ਚੋਂ ਤੰਤਰ ਉਪਜਦਾ ਹੈ। ਇਸ ਨੂੰ ਸਾਡੇ ਵੇਲੇ ਟੂਣਾ ਕਿਹਾ ਜਾਂਦਾ ਸੀ। ਬਾਬਾ ਬੁੱਲ੍ਹੇ ਸ਼ਾਹ ਇਸ ਟੂਣੇ ਦੀ ਵਡਿਆਈ 'ਚ ਆਖਦੇ ਨੇ, ਟੂਣੇ ਟਾਮਣ ਕਰਕੇ ਨੀ ਮੈਂ ਰੁਸੜਾ ਯਾਰ ਮਨਾਵਾਂਗੀ। ਭਾਵ ਕਿਸੇ ਅਦਿੱਖ ਸ਼ਕਤੀ ਅੱਗੇ ਹੱਥ ਜੋੜਨ ਦੀ ਬਜਾਏ ਤਨ ਦੀ ਸਾਧਨਾ ਜਾਂ ਮਨੁੱਖੀ ਕੋਸ਼ਿਸ਼ਾਂ ਹੀ ਯਾਰ ਨੂੰ ਮਨਾਉਣ ਦਾ ਹੀਲਾ ਨੇ। ਕੁਦਰਤੀ ਨਿਜ਼ਾਮ ਨੂੰ ਸਮਝਣ ਦਾ ਯਤਨ ਵੀ ਤਨ ਨੂੰ ਸਾਧਨ 'ਚੋਂ ਪ੍ਰਾਪਤ ਹੁੰਦਾ ਹੈ। ਤਨ ਤੇ ਕੁਦਰਤ ਦੇ ਟਕਰਾਅ 'ਚੋਂ ਹੀ ਮਨੁੱਖੀ ਚੇਤਨਾ ਨੇ ਜਨਮ ਲਿਆ ਹੈ। ਵਿਚਾਰ ਵੀ ਤਨ ਦੇ ਕੁਦਰਤ ਨਾਲ ਟਕਰਾਵੇਂ ਅਮਲ 'ਚੋਂ ਪੈਦਾ ਹੁੰਦੇ ਨੇ। ਇਸ ਤਰ੍ਹਾਂ ਤੰਤਰਵਾਦੀ ਭੌਤਿਕ ਦਰਸ਼ਨ ਹੜੱਪੀਅਨ ਲੋਕਾਂ ਦੀ ਵਾਈ ਬੀਜੀ ਦਾ ਪਦਾਰਥਕ ਹਿੱਸਾ ਸੀ। ਵਾਰਸ ਸ਼ਾਹ ਕਹਿੰਦੇ ਨੇ, ਮਹਾਦੇਵ ਤੋਂ ਜੋਗ ਦਾ ਪੰਥ ਬਣਿਆ, ਭਾਵ ਜੋਗ ਦੇ ਦਰਸ਼ਨ ਨੂੰ ਸੰਕਲਪ ਵਿੱਚ ਲਿਆਉਣ ਵਾਲੇ ਆਦਿ ਜੋਗੀ ਸ਼ਿਵ ਹੀ ਨੇ। ਇਸ ਲਈ ਪੰਜਾਬ ਦੇ ਖਿੱਤੇ ਵਿੱਚ ਸ਼ਿਵ ਇੱਕ ਸ਼ਕਤੀਸ਼ਾਲੀ ਬਿੰਬ ਹੈ। ਇਸ ਵਿਚਾਰ ਦੀ ਸ਼ਕਤੀ ਇੰਨੀ ਵਿਰਾਟ ਸੀ ਕਿ ਬ੍ਰਾਹਮਣਿਕ ਵਿਚਾਰਧਾਰਾ ਨੇ ਵੀ ਇਸ ਬਿੰਬ ਨੂੰ ਆਤਮਸਾਤ ਕਰਕੇ ਇਸ ਦੇ ਵਿਚਾਰਾਂ ਨੂੰ ਪਸਤ ਕਰਨ ਦਾ ਯਤਨ ਕੀਤਾ। ਆਰੀਅਨ ਪੰਜਾਬ 'ਚੋਂ ਤੰਤਰਵਾਦੀ ਜਾਂ ਜੋਗ ਦੇ ਵਿਚਾਰਾਂ ਨੂੰ ਹੜੱਪੀਅਨ ਲੋਕਾਂ ਦੇ ਮਨਾਂ ਵਿਚਲੀ ਪਕਿਆਈ ਉੱਤੋਂ ਖੁਰਚ ਨਾ ਸਕੇ। ਉਹਨਾਂ ਹੜੱਪੀਅਨ ਲੋਕਾਂ ਨੂੰ ਮਾਰਿਆ, ਧਾੜਵੀਆਂ ਵਜੋਂ ਧਾਵੇ ਬੋਲ ਕੇ ਔਰਤਾਂ ਦੀ ਲੁੱਟ ਕਰਦੇ ਰਹੇ, ਇਹਨਾਂ ਨੂੰ ਗੁਲਾਮ ਬਣਾ ਕੇ ਇਹਨਾਂ ਤੋਂ ਕੰਮ ਲੈਣਾ ਆਦਿ ਵਰਗੀ ਨਸਲੀ ਕਤਲੋਗਾਰਤ ਦੇ ਬਾਵਜੂਦ ਆਰੀਅਨ ਤੰਤਰਵਾਦੀ ਜਾਂ ਜੋਗਵਾਦੀ ਦਰਸ਼ਨ ਨੂੰ ਇਹਨਾਂ ਲੋਕਾਂ ਦੀ ਚੇਤਨਾ 'ਚੋਂ ਕੱਢ ਨਾ ਸਕੇ। ਮਹਾਭਾਰਤ ਸਾਨੂੰ ਦਿਖਾਉਂਦੀ ਹੈ ਕਿ ਉਸ ਵਿਚਲਾ ਭਾਰਤ ਕੇਵਲ ਪੁਰਾਤਨ ਪੰਜਾਬ ਹੀ ਸੀ। ਮਹਾਭਾਰਤ ਵਿੱਚ ਮੁਕਾਮੀ ਤਾਕਤਾਂ ਤੇ ਆਰੀਅਨ ਤਾਕਤਾਂ ਦੀ ਏਕਤਾ ਤੇ ਵਿਰੋਧਤਾ ਦੀ ਜੰਗ ਤਾਂ ਹੈ ਹੀ, ਨਾਲ ਹੀ ਜਿਨਸੀ ਪੈਦਾਵਾਰ ਤੇ ਜਿਨਸੀ ਸੰਬੰਧਾਂ ਵਿੱਚ ਵੀ ਆਦਾਨ ਪ੍ਰਦਾਨ ਹੈ। ਜਿਵੇਂ ਕੁੰਤੀ ਤੇ ਦ੍ਰੋਪਦੀ ਜਿਹੀਆਂ ਮੁਕਾਮੀ ਔਰਤਾਂ ਦੇ ਆਰੀਅਨਾਂ ਨਾਲ ਵਿਆਹ ਬੰਧਨ ਵਿੱਚ ਬੱਝੇ ਹੋਣਾ। ਆਰੀਅਨ ਤੇ ਹੜੱਪੀਅਨ ਮਰਦ ਔਰਤਾਂ ਦੇ ਜਿਨਸੀ ਸੰਬੰਧ ਸਥਾਪਿਤ ਤਾਂ ਹੋਏ, ਮਗਰ ਆਰੀਅਨ ਮੁਕਾਮੀ ਕਾਲੇ ਲੋਕਾਂ ਤੋਂ ਉਪਜੇ ਬੱਚਿਆਂ ਦੇ ਮਾਂ-ਬਾਪ ਨੂੰ ਦੱਸਣ ਤੋਂ ਗੁਰੇਜ਼ ਕਰਦੇ ਸਨ। ਇਸੇ ਕਰਕੇ ਹੀ ਇਹ ਆਰੀਅਨ ਦੇਵਤਿਆਂ ਜਾਂ ਕੰਨ ਨੱਕ 'ਚੋਂ ਪੈਦਾ ਹੋਏ ਦਰਸਾਏ ਜਾਂਦੇ ਰਹੇ। ਹੜੱਪੀਅਨ ਲੋਕਾਂ ਦਾ ਨਿਜ਼ਾਮ ਔਰਤ ਪ੍ਰਧਾਨ ਹੋਣ ਕਰਕੇ ਇਹਨਾਂ ਨੂੰ ਮਾਂ ਦਾ ਨਾਂ ਦਿੱਤਾ ਜਾਂਦਾ ਸੀ। ਯਦੂਵੰਸ਼ੀ ਕ੍ਰਿਸ਼ਨ ਮਾਦਰੀ ਤੇ ਪਿਤਰੀ ਨਿਜ਼ਾਮ ਦਰਮਿਆਨ ਲਟਕ ਰਿਹਾ ਹੈ। ਕ੍ਰਿਸ਼ਨ ਦਾ ਕਾਲਾ ਰੰਗ ਉਸ ਦੇ ਮੁਕਾਮੀ ਕਬੀਲੇ ਦਾ ਅਹਿਮ ਹਿੱਸਾ ਹੈ। ਉਸ ਦੀ ਵਿਚਾਰਧਾਰਾ ਮਹਾਭਾਰਤ ਦੀ ਲੜਾਈ ਨੂੰ ਦਿਸ਼ਾ ਦੇ ਰਹੀ ਹੈ। ਮਨਜ਼ੂਰ ਏਜਾਜ਼ ਲਿਖਦੇ ਨੇ, ਕ੍ਰਿਸ਼ਨ ਨੂੰ ਜਿਵੇਂ ਮਰਜ਼ੀ ਲਿਆ ਜਾਵੇ, ਮਹਾਭਾਰਤ ਦੇ ਖਿਆਲੀ ਜਾਂ ਅਸਲੀ ਯੁੱਧ ਦੇ ਮੁੱਖ ਮੁਕਾਅ ਵਿੱਚ ਕਾਲੇ ਰੰਗ ਦੇ ਲੋਕਾਂ ਦਾ ਹਿੱਸਾ ਫੈਸਲਾ ਕਰਨ ਵਾਲਾ ਲੱਗਦਾ ਹੈ। ਪਾਂਡਵਾਂ ਦਾ ਕ੍ਰਿਸ਼ਨ ਨੂੰ ਰਹਿਬਰ ਮੰਨਣ ਦਾ ਮਤਲਬ ਹੈ ਕਿ ਉਹਨਾਂ ਨੇ ਕੌਰਵਾਂ ਨੂੰ ਹਰਾਉਣ ਲਈ ਇੱਥੋਂ ਦੇ ਪੁਰਾਣੇ ਵਾਸੀਆਂ ਨੂੰ ਨਾਲ ਹੀ ਨਹੀਂ ਰਲਾਇਆ, ਸਗੋਂ ਉਸ ਵੇਲੇ ਵਿਚਾਰਧਾਰਾ ਦੀ ਮੁਹਾਰ ਵੀ ਉਹਨਾਂ ਦੇ ਹੱਥ ਦੇ ਦਿੱਤੀ।
ਇਹ ਨਵੇਕਲੀ ਗੱਲ ਹੈ ਜਿਸ ਉੱਪਰ ਮਨਜ਼ੂਰ ਹੋਰਾਂ ਉਂਗਲ ਰੱਖੀ ਹੈ। ਪਹਿਲੇ ਆਰੀਅਨਾਂ ਦੇ ਆਉਣ ਨੇ ਇੱਥੋਂ ਦੇ ਸਥਾਨਕ ਕਾਲੇ ਨਾਗਰਿਕਾਂ ਭਾਵ ਹੜੱਪੀਅਨਾਂ ਦੇ ਵੰਸ਼ਜਾਂ ਦੀ ਕਤਲੋਗਾਰਤ, ਮਾਲ ਧਨ ਖੋਹਣਾ, ਖੇਤੀ ਲਈ ਇਕੱਠੇ ਕੀਤੇ ਗਏ ਪਾਣੀ ਦੇ ਡੈਮਾਂ ਨੂੰ ਤੋੜਨਾ ਜਿਵੇਂ ਰਿਗਵੇਦ 'ਚ ਇੰਦਰ ਕਰਦਾ ਹੈ, ਉਹਨਾਂ ਦੀਆਂ ਔਰਤਾਂ ਦੀ ਬੇਕਿਰਕੀ ਨਾਲ ਲੁੱਟ ਅਤੇ ਉਹਨਾਂ ਦੇ ਮਾਦਰੀ ਨਿਜ਼ਾਮ ਨੂੰ ਰੱਦਣ ਜਿਵੇਂ ਮਹਾਭਾਰਤ 'ਚ ਪੰਚ ਨਦ ਦੇ ਲੋਕਾਂ ਦੀ ਕੌਰਵ ਸਭਾ ਵਿੱਚ ਮਾਦਰੀ ਕਬੀਲਿਆਂ ਦੇ ਇਸ ਨਿਜ਼ਾਮ ਨੂੰ ਨਖਿੱਧ ਕਹਿ ਕੇ ਮਜ਼ਾਕ ਉਡਾਇਆ ਗਿਆ ਹੈ। ਦ੍ਰੋਪਦੀ ਵੱਲੋਂ ਅੰਨੇ ਦੇ ਅੰਨੇ ਰਹੇ ਵਰਗਾ ਵੱਡਾ ਵਿਅੰਗ ਪਿਤਰੀ ਨਿਜ਼ਾਮ ਦੇ ਕੌਰਵਾਂ ਨੂੰ ਵੰਗਾਰਨਾ ਹੀ ਹੈ, ਕਿਉਂਕਿ ਉਹ ਹੜੱਪੀਅਨਾਂ ਦੀ ਵੰਸ਼ਜ ਔਰਤ ਹੈ ਅਤੇ ਮਹਾਭਾਰਤ 'ਚ ਉਹ ਲੁਕਾਇਤ ਦਰਸ਼ਨਧਾਰਾ ਦੇ ਸਵਾਲਾਂ ਨੂੰ ਵੀ ਚੁੱਕਦੀ ਹੈ। ਜ਼ਾਹਿਰ ਹੈ ਤੰਤਰਵਾਦੀ ਜਾਂ ਯੋਗਵਾਦੀ ਧਾਰਾ ਦੀ ਮਜ਼ਬੂਤੀ ਮੁਕਾਮੀ ਲੋਕਾਂ ਦੀ ਪ੍ਰੇਰਨਾ ਤੇ ਲੜਾਕੂ ਤਾਕਤ ਸੀ। ਮੁਕਾਮੀ ਔਰਤਾਂ ਦੇ ਮਾਦਰੀ ਨਿਜ਼ਾਮ ਨੂੰ ਰੱਦਣ ਨੇ ਇਹਨਾਂ ਮਰਦ ਔਰਤਾਂ ਅੰਦਰ ਰੋਹ ਉਪਜਾਇਆ ਹੋਵੇਗਾ। ਕੌਰਵ ਰਾਜ ਨੂੰ ਖਤਮ ਕਰਨ ਲਈ ਇਹਨਾਂ ਬਾਅਦ ਵਿੱਚ ਆਏ ਆਰੀਅਨ ਕਬੀਲਿਆਂ ਜਾਂ ਪਾਂਡਵਾਂ ਨਾਲ ਸਾਂਝ ਪਾਈ ਹੋਵੇਗੀ। ਪਾਂਡਵ ਦੀ ਪਤਨੀ ਕੁੰਤੀ ਕ੍ਰਿਸ਼ਨ ਦੀ ਭੂਆ ਹੈ ਅਤੇ 5 ਕੁੰਤੀ ਪੁੱਤਰਾਂ ਦੀ ਪਤਨੀ ਪੰਚਾਲੀ ਜਾਂ ਦ੍ਰੋਪਦੀ ਪੰਚਾਲ ਦੀ ਸਥਾਨਕ ਔਰਤ ਹੈ। ਭੀਮ ਦੀ ਪਤਨੀ ਹਡਿੰਬਾ ਵੀ ਮੁਕਾਮੀ ਔਰਤ ਹੈ। ਮਹਾਭਾਰਤ 'ਚ ਪਾਂਡਵ ਆਰੀਅਨ ਕਬੀਲਿਆਂ ਅਤੇ ਮੁਕਾਮੀ ਲੋਕਾਂ ਦਾ ਜਿਨਸੀ ਤੇ ਵਿਚਾਰਧਾਰਕ ਸੰਬੰਧ ਪੀੜਾ ਦਿਖਾਈ ਦਿੰਦਾ ਹੈ, ਜਦੋਂ ਕਿ ਕੌਰਵਾਂ ਦੇ ਪੁਰਖਤੰਤਰੀ ਹੋਣ ਕਰਕੇ ਔਰਤਾਂ ਪ੍ਰਤੀ ਪਹੁੰਚ ਨਫ਼ਰਤ ਵਾਲੀ ਹੈ। ਸਥਾਨਕ ਕਬੀਲਿਆਂ ਦੀ ਧੀ ਦ੍ਰੋਪਦੀ ਦੇ ਦੁਰਯੋਧਨ ਤੇ ਦੁਸ਼ਾਸਨ ਵੱਲੋਂ ਨਫ਼ਰਤ ਭਰੇ ਅਪਮਾਨ ਵੇਲੇ ਦੋਵੇਂ ਆਰੀਅਨ ਧਿਰਾਂ ਮੌਨ ਤਮਾਸ਼ਾ ਦੇਖ ਰਹੀਆਂ ਨੇ, ਕਿਉਂਕਿ ਇਹ ਸਥਾਨਕ ਔਰਤਾਂ ਨੂੰ ਅਪਮਾਨਿਤ ਕਰਦੀਆਂ ਆ ਰਹੀਆਂ ਨੇ। ਪਰ ਹੁਣ ਸਥਾਨਕ ਤਾਕਤਾਂ ਨਵੇਂ ਆਰੀਅਨ ਮੇਲ ਰਾਹੀਂ ਮੁਕਾਬਲੇ ਲਈ ਤਿਆਰ ਨੇ ਤੇ ਦ੍ਰੋਪਦੀ ਦਾ ਵਿਚਾਰਧਾਰਕ ਗੌਰਵ ਪਿਤਰੀ ਕੌਰਵ ਸੱਤਾ ਨੂੰ ਰੱਦ ਕਰਦਾ ਹੈ। ਇਸ ਦੀ ਸਜ਼ਾ ਉਸ ਨੂੰ ਭਰੀ ਸਭਾ ਵਿੱਚ ਨਗਨ ਕਰਨਾ ਹੈ। ਕ੍ਰਿਸ਼ਨ ਕਿਉਂਕਿ ਮਾਦਰੀ ਨਿਜ਼ਾਮ ਨਾਲ ਸੰਬੰਧ ਰੱਖਦਾ ਹੈ ਤੇ ਉਸ ਦੀ ਵਿਚਾਰਧਾਰਾ ਫੈਸਲਾਕੁਨ ਭੂਮਿਕਾ ਅਦਾ ਕਰ ਰਹੀ ਹੈ, ਇਸ ਲਈ ਉਹ ਦ੍ਰੋਪਦੀ ਨਾਲ ਅਜਿਹਾ ਨਹੀਂ ਵਾਪਰਨ ਦਿੰਦਾ। ਕ੍ਰਿਸ਼ਨ ਵੱਲੋਂ ਅਰਜੁਨ ਦਾ ਸਾਰਥੀ ਬਣਨਾ ਵਿਚਾਰਧਾਰਕ ਅਗਵਾਈ ਦਾ ਪ੍ਰਤੀਕ ਹੀ ਹੈ ਜੋ ਮੁਕਾਮੀ ਕਾਲੇ ਲੋਕਾਂ ਦੀ ਹੈ, ਕਿਉਂਕਿ ਉਹ ਹੀ ਮਗਰੋਂ ਆਏ ਆਰੀਅਨਾਂ ਦੀ ਵਿਚਾਰਕ ਅਗਵਾਈ ਕਰ ਰਹੇ ਸਨ। ਮਨਜ਼ੂਰ ਇਜਾਜ਼ ਲਿਖਦੇ ਨੇ, ਇਸ ਜੰਗ ਵਿੱਚ ਪੰਜਾਬ ਦੀਆਂ ਆਰੀਆ ਰਿਆਸਤਾਂ ਨੇ ਕੌਰਵ ਦੁਰਯੋਧਨ ਦਾ ਸਾਥ ਦਿੱਤਾ। ਦੂਜੇ ਪਾਸੇ ਪਾਂਡਵਾਂ ਵੱਲ ਤਾਂ ਦ੍ਰਾਵਿੜ ਨਸਲ ਦੇ ਮਿਲੇ ਜੁਲੇ ਰਾਜੇ ਸਨ। ਕ੍ਰਿਸ਼ਨ ਦੇ ਸੁਦਰਸ਼ਨ ਚੱਕਰ ਦੇ ਘੁੰਮਣ ਦਾ ਪ੍ਰਤੀਕ ਵੀ ਇਸੇ ਵਿਚਾਰ ਨੂੰ ਮਜ਼ਬੂਤ ਕਰਦਾ ਹੈ ਕਿ ਵਿਚਾਰਧਾਰਕ ਚੱਕਰ ਮੁਕਾਮੀਆਂ ਦੇ ਹੱਥ ਸੀ, ਪਰ ਮਾਦਰੀ ਨਿਜ਼ਾਮ ਦੀ ਵਿਚਾਰਕ ਪਕਿਆਈ ਮੁੱਕ ਰਹੀ ਹੈ। ਜਿਸ ਰਿਆਸਤ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ, ਉਸ ਰਿਆਸਤ ਦੀ ਵਿਚਾਰਧਾਰਾ ਨੇ ਹੀ ਤੈਅ ਕਰਨਾ ਹੈ ਕਿ ਸੱਤਾ ਉੱਪਰ ਕਬਜ਼ਾ ਕਰਨ ਵਾਲਿਆਂ ਦੀ ਵਿਚਾਰਧਾਰਾ ਕੀ ਹੋਵੇਗੀ, ਤੇ ਮਗਰੋਂ ਕ੍ਰਿਸ਼ਨ ਉਸੇ ਵਿਚਾਰਧਾਰਾ ਵਿੱਚ ਢਲਦਾ ਅਸੀਂ ਵੇਖਦੇ ਹਾਂ। ਪੰਜਾਬ ਵਿੱਚ ਨਹੀਂ, ਗੰਗਾ ਦੇ ਮੈਦਾਨ ਤੇ ਬ੍ਰਾਹਮਣਿਕ ਗ੍ਰੰਥਾਂ ਵਿੱਚ। ਪੰਜਾਬ ਦੇ ਹੜੱਪੀਅਨ ਨਾਗ ਕਬੀਲਿਆਂ ਨੇ ਜਨਮੇਜੇ ਦੇ ਪਿਓ ਨੂੰ ਮਾਰਿਆ, ਬਦਲੇ ਵਿੱਚ ਜਨਮੇਜੇ ਨੇ ਨਾਗਾਂ ਨੂੰ ਤਬਾਹ ਕੀਤਾ। ਕਈ ਮਿੱਥਾਂ ਇਹ ਵੀ ਦੱਸਦੀਆਂ ਨੇ ਕਿ ਜਨਮੇਜੇ ਦੀ ਮਾਂ ਨਾਗਾਂ ਦੀ ਕੁੜੀ ਸੀ। ਭਾਵ ਪੰਜਾਬ ਦੇ ਲੋਕਾਂ ਨੇ ਜਾਂ ਤੰਤਰਵਾਦੀ ਯੋਗਵਾਦੀ ਧਾਰਾ ਦੇ ਕਬੀਲਿਆਂ ਨੇ ਆਪਣੀ ਵਿਚਾਰਧਾਰਾ ਦਾ ਵਰਣ ਵਿਚਾਰਧਾਰਾ ਅੱਗੇ ਸਮਰਪਣ ਨਹੀਂ ਕੀਤਾ। ਪੰਜਾਬ ਦੇ ਲੋਕਾਂ ਦੀ ਕਬੀਲਾਈ ਏਕਤਾ ਤੇ ਰਹਿਤਲ ਲੰਬਾ ਸਮਾਂ ਬ੍ਰਾਹਮਣਵਾਦ ਨਾਲ ਲੜਨ ਦੇ ਸਮਰੱਥ ਰਹੀ, ਕਿਉਂਕਿ ਇਸ ਦੀ ਅਗਵਾਈ ਜ਼ਾਤ, ਜਮਾਤ ਤੇ ਲਿੰਗ ਦੀ ਵੰਡ ਕਰਨ ਵਾਲੇ ਬ੍ਰਾਹਮਣਵਾਦ ਦੀ ਬਜਾਏ ਸਿੱਧ, ਬੁੱਧ, ਨਾਥ ਤੇ ਜੋਗੀਆਂ ਦੇ ਭੌਤਿਕ ਵਿਚਾਰ ਕਰ ਰਹੇ ਸਨ। ਤੰਤਰਵਾਦੀ ਯੋਗਵਾਦੀ ਚਾਰਵਾਕ ਸਿਧਾਂਤ ਬਰਾਬਰੀ ਦੇ ਮਾਦਰੀ ਨਿਜ਼ਾਮ ਨੂੰ ਮੰਨਦਾ ਸੀ, ਜਿਸ ਦਾ ਦਰਸ਼ਨ ਭੌਤਿਕਵਾਦੀ ਸੀ। ਇਹ ਜਾਇਦਾਦ ਉੱਪਰ ਕਬਜ਼ੇ ਨੂੰ ਨਹੀਂ ਸੀ ਸਵੀਕਾਰਦਾ, ਰੰਗ ਭੇਦ ਦੇ ਆਧਾਰ ਤੇ ਵੰਡ ਦਾ ਵਿਰੋਧ ਕਰਦਾ ਸੀ। ਆਤਮਾ ਤੇ ਪਰਮਾਤਮਾ ਲਈ ਇਹਨਾਂ ਵਿਚਾਰਾਂ ਵਿੱਚ ਕੋਈ ਥਾਂ ਨਹੀਂ ਸੀ। ਪਿਛਲੇ ਜਨਮ ਦਾ ਫਲ ਤੇ ਊਚ ਨੀਚ ਦੀ ਬ੍ਰਾਹਮਣਿਕ ਵਿਚਾਰਧਾਰਾ ਦਾ ਪੱਕਾ ਵਿਰੋਧੀ ਸੀ। ਔਰਤ ਦੀ ਆਜ਼ਾਦ ਲਿੰਗਕਤਾ ਜਾਂ ਸੈਕਸ਼ੁਅਲਿਟੀ ਨੂੰ ਸਵੀਕਾਰ ਕਰਦਾ ਸੀ, ਜਦੋਂ ਕਿ ਆਰੀਅਨਾਂ ਨੇ ਬਾਅਦ ਵਿੱਚ ਗੰਗਾ ਦੇ ਮੈਦਾਨ ਦਾ ਟਿਕਾਣਾ ਕਰਦਿਆਂ ਪੁਰਾਤਨ ਪੰਜਾਬ ਦੀ ਯੋਗ ਵਿਚਾਰਧਾਰਾ ਦੇ ਉਲਟ ਬ੍ਰਾਹਮਣਿਕ ਵਿਚਾਰਧਾਰਾ ਨੂੰ ਮਜ਼ਬੂਤ ਕੀਤਾ, ਜਿਸ ਵਿੱਚ ਕਰਮ ਸਿਧਾਂਤ ਤੇ ਪਿਛਲੇ ਜਨਮ ਦੇ ਪਾਪਾਂ ਦੇ ਸਿਧਾਂਤ ਨੇ। ਪਿਤਰੀ ਸੱਤਾ ਦੇ ਪਤੀਵਰਤਾ ਔਰਤ ਦਾ ਵਰਣਧਾਰਾ ਰਾਹੀਂ ਜਾਤੀਵਾਦ ਨੂੰ ਮਜ਼ਬੂਤ ਕਰਕੇ ਪੁਰਖਤੰਤਰੀ ਜਾਇਦਾਦ ਆਧਾਰਿਤ ਨਿਜ਼ਾਮ ਕਾਇਮ ਕੀਤਾ। ਇਸ ਨਾਲ ਕਾਮਾ ਜਮਾਤ ਦੀ ਸਥਿਤੀ ਨੂੰ ਗੁਲਾਮੀ 'ਚ ਧੱਕ ਦਿੱਤਾ ਗਿਆ। ਪਰ ਪੰਜਾਬ ਵਿੱਚ ਯੋਗ ਦੀ ਵਿਚਾਰਧਾਰਕ ਪਹੁੰਚ 18ਵੀਂ ਸਦੀ ਤੱਕ ਮਜ਼ਬੂਤ ਬਣੀ ਰਹੀ। ਇਸੇ ਲਈ ਮੱਧਕਾਲੀ ਕਵਿਤਾ ਵਿੱਚ ਸੂਫੀਆਂ ਦੇ ਵਿਚਾਰਾਂ 'ਚ ਜੋਗੀ, ਸਿੱਧ, ਨਾਥ ਅਹਿਮ ਥਾਂ ਰੱਖਦੇ ਨੇ, ਕਿਉਂਕਿ ਪੰਜਾਬ ਦੇ ਲੋਕਾਂ ਵਿੱਚ ਉਹਨਾਂ ਦੀਆਂ ਵਿਚਾਰਧਾਰਕ ਜੜ੍ਹਾਂ ਮਜ਼ਬੂਤ ਸਨ। ਬਾਬਾ ਨਾਨਕ ਸਿੱਧਾਂ ਨਾਲ ਇਸੇ ਲਈ ਗੋਸ਼ਟ ਕਰ ਰਹੇ ਨੇ ਕਿਉਂਕਿ ਲੋਕਾਂ ਦੇ ਜ਼ਿਹਨਾਂ ਅੰਦਰ ਇਸੇ ਭੌਤਿਕ ਦਰਸ਼ਨ ਨੇ ਘਰ ਕੀਤਾ ਹੋਇਆ ਹੈ। ਪੁਰਾਣ ਸੰਗਲੀ ਵਰਗਾ ਵੱਡ ਆਕਾਰੀ ਕਾਵ ਗ੍ਰੰਥ ਯੋਗ ਦਰਸ਼ਨ ਬਾਰੇ ਹੀ ਹੈ। ਤਰਕ ਇਸ ਦਰਸ਼ਨ ਦੀ ਤਾਕਤ ਹੈ ਤੇ ਸਾਧਨਾ ਇਸ ਦਾ ਅਮਲ। ਪੁਰਾਤਨ ਯੁੱਗ 'ਚ 2-4 ਸਦੀਆਂ ਸਮਾਜਕ ਆਰਥਿਕ ਵਿਕਾਸ ਵਿੱਚ ਬਹੁਤਾ ਅਰਥ ਨਹੀਂ ਰੱਖਦੀਆਂ ਸਨ।
ਮਨਜ਼ੂਰ ਏਜਾਜ਼ ਹੋਰਾਂ ਦੀ ਇੱਕ ਕਾਢ ਇਸ ਕਿਤਾਬ ਵਿੱਚ ਇਹ ਵੀ ਹੈ ਕਿ ਜੇਕਰ ਉਤਪਾਦਨ ਦੇ ਢੰਗ ਨਹੀਂ ਬਦਲਦੇ ਤਾਂ ਸਮਾਜ 2000 ਸਾਲ ਵੀ ਇੱਕੋ ਵਿਚਾਰਕ ਤੌਰ ਤੇ ਚੱਲਦਾ ਰਹਿ ਸਕਦਾ ਹੈ। ਜਿਵੇਂ ਉਹ ਕਹਿੰਦੇ ਨੇ ਕਿ ਚੰਦਰਗੁਪਤ ਮੌਰੀਆ ਵੇਲੇ ਜਿਹੜਾ ਸਮਾਜ, ਆਰਥਿਕ ਢਾਂਚਾ ਕੌਟਲਿਆ ਜਾਂ ਚਾਣਕਿਆ ਨੇ ਪੁਰਾਤਨ ਪੰਜਾਬ ਵਿੱਚ ਉਸਾਰਿਆ, ਉਹ 1970 ਤੱਕ ਖੇਤੀਬਾੜੀ ਤੇ ਪੇਂਡੂ ਢਾਂਚੇ 'ਚ ਉਸੇ ਤਰ੍ਹਾਂ ਬਣਿਆ ਰਿਹਾ, ਕਿਉਂਕਿ ਉਤਪਾਦਨ ਦੇ ਢੰਗ ਵਿੱਚ ਤਬਦੀਲੀ ਨਹੀਂ ਹੋਈ। ਇਸ ਕਰਕੇ 1970 ਤੱਕ ਪੇਂਡੂ ਖੇਤਰ 'ਚ ਕੋਈ ਸਮਾਜਿਕ ਆਰਥਿਕ ਜ਼ਿਕਰਯੋਗ ਤਬਦੀਲੀ ਵੀ ਨਹੀਂ ਹੋਈ। 12 ਦੀ ਜ਼ਮੀਨ ਨੂੰ ਨਹਿਰੀ ਪਾਣੀ ਨੇ ਆਬਾਦ ਕੀਤਾ ਤੇ ਜ਼ਮੀਨ ਦੀ ਵੰਡ ਕਿਸਾਨਾਂ 'ਚ ਕੀਤੀ ਗਈ, ਪਰ ਇਸ ਨਾਲ ਵੀ ਉਤਪਾਦਨ ਦੇ ਢੰਗ ਵਿੱਚ ਕੋਈ ਤਬਦੀਲੀ ਨਾ ਵਾਪਰੀ। ਕੌਟਲਿਆ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਇਲਮ ਹੋ ਗਿਆ ਸੀ ਕਿ ਕਬਾਇਲੀ ਸ਼ਕਤੀ ਨੂੰ ਤੋੜੇ ਬਿਨਾਂ ਮੌਰੀਆ ਰਾਜਤੰਤਰ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਕਬਾਇਲੀ ਗਣਾਂ ਦੇ ਗਣਤੰਤਰ 'ਚ ਸਮੂਹ ਲੋਕਾਂ ਦੀਆਂ ਸਭਾਵਾਂ ਵਿੱਚ ਗਣਾਂ ਦਾ ਵਿਚਾਰ ਵਟਾਂਦਰਾ ਹੁੰਦਾ ਤੇ ਗਣਾਂ ਦੇ ਹਿੱਤ ਵਿੱਚ ਸਾਂਝੇ ਫੈਸਲੇ ਲਏ ਜਾਂਦੇ ਸਨ। ਇਹ ਸਭਾਵਾਂ ਗਣਾਂ ਦੇ ਪ੍ਰਧਾਨ ਵੀ ਚੁਣਦੀਆਂ ਸਨ, ਜਿਸ ਨੂੰ ਲੋਕ ਰਾਜਾ ਵੀ ਆਖਦੇ ਨੇ, ਪਰ ਇਹ ਗਣਾਂ ਦੀਆਂ ਸਭਾਵਾਂ 'ਚ ਸਾਂਝੀ ਸੋਚ ਰਾਹੀਂ ਚੁਣਿਆ ਜਾਂਦਾ ਸੀ। ਗਣਾਂ ਦੀ ਤਾਕਤ ਉਹਨਾਂ ਵਿਚਲੀ ਸਮੂਹਕ ਏਕਤਾ ਸੀ ਜਿਸ ਨੂੰ ਤੋੜਿਆ ਨਹੀਂ ਸੀ ਜਾ ਸਕਦਾ। ਇਸ ਲਈ ਉਹ ਰਾਜਤੰਤਰ ਤੇ ਭਾਰੂ ਸਨ। ਬੁੱਧ ਵੀ ਆਪਣੇ ਕਬੀਲੇ ਦੇ ਚੁਣੇ ਹੋਏ ਮੁਖੀ ਸਨ, ਨਾ ਕਿ ਰਾਜਾ। ਇਹਨਾਂ ਦੀ ਗਣਤੰਤਰੀ ਤਾਕਤ ਨੂੰ ਤੋੜਨ ਲਈ ਵੱਖ-ਵੱਖ ਕਬੀਲਿਆਂ ਦੇ ਲੋਕਾਂ ਦੀ ਏਕਤਾ ਨੂੰ ਤੋੜ ਕੇ ਕੌਟਲਿਆ ਦੁਆਰਾ ਪਿੰਡਾਂ ਦਾ ਨਿਰਮਾਣ ਕੀਤੇ ਜਾਣ ਨਾਲ ਗਣਾਂ ਦੀ ਕਬਾਇਲੀ ਤਾਕਤ ਨੂੰ ਤੋੜਨ ਦਾ ਹੱਲ ਸੁਝਾਇਆ ਗਿਆ। ਜਦੋਂ ਕਿ ਤੱਥ ਇਹ ਹੈ ਕਿ ਤੁਰਕਾਂ ਤੋਂ ਬਾਅਦ ਮੁਗਲਾਂ ਦੇ ਸਮੇਂ ਬਹੁਤ ਵੱਡੇ-ਵੱਡੇ ਕਬੀਲੇ ਵਾਈ ਬੀਜੀ ਲਈ ਪਿੰਡਾਂ 'ਚ ਵਸਾਏ ਗਏ। ਕਬੀਲੇ ਹੀ ਪੰਜਾਬ ਵਿੱਚ ਜੋਗ ਦੇ ਵਿਚਾਰਾਂ ਦੀ ਤਾਕਤ ਸਨ। ਪੁਰਾਤਨ ਪੰਜਾਬ ਵਿੱਚ ਇਹਨਾਂ ਪਿੰਡਾਂ ਦੇ ਨਿਰਮਾਣ ਕਰਨ ਨਾਲ ਉਹਨਾਂ ਦੀ ਏਕਤਾ ਦੀ ਤਾਕਤ ਨੂੰ ਭਾਵੇਂ ਤੋੜ ਦਿੱਤਾ ਜਾਂਦਾ, ਪਰ ਇਹ ਨਿਰਮਾਣ ਉਹਨਾਂ ਦੇ ਚਿੱਤ ਚੇਤੇ ਨੂੰ ਨਹੀਂ ਸੀ ਵਿਸਾਰ ਸਕਦਾ। ਇਸ ਲਈ ਉਹ ਲੋਕਾਇਤ ਦੀ ਵਿਚਾਰਕ ਤਾਕਤ ਨੂੰ ਨਹੀਂ ਤੋੜ ਸਕਦੇ ਸਨ। ਉਹਨਾਂ ਦੇ ਅਵਚੇਤਨ ਵਿੱਚ ਵਸੀ ਤੰਤਰਵਾਦੀ ਵਿਧੀ ਤੇ ਉਸਰੇ ਟੂਣੇ ਟਾਮਣ ਨੂੰ ਜੇ ਉਸੇ ਤਰ੍ਹਾਂ ਬਰਕਰਾਰ ਰੱਖਿਆ ਤਾਂ ਇਸ ਦੀਆਂ ਜੜ੍ਹਾਂ 'ਚ ਜੋਗ ਨੂੰ ਵਸਾਈ ਰੱਖਿਆ, ਕਿਉਂਕਿ ਇਸ ਜੋਗ ਦੀ ਵਿਚਾਰਕ ਧਾਰਾ ਦੇ ਵਿਦਵਾਨ ਤਾਂ ਮੌਰੀਆ ਤੋਂ ਤਕਰੀਬਨ 2000 ਸਾਲ ਬਾਅਦ ਤੱਕ ਪੁਰਾਤਨ ਪੰਜਾਬ ਦੇ ਲੋਕਾਂ ਵਿੱਚ ਆਪਣਾ ਪੂਰਾ ਅਸਰ ਰਸੂਖ ਰੱਖਦੇ ਸਨ ਤੇ ਜੋਗੀ ਪੇਂਡੂ ਸਮਾਜ ਦੀ ਸਨਮਾਨਿਤ ਧਿਰ ਸਨ। ਇਹ ਸਨਮਾਨ ਉਹਨਾਂ ਦੀ ਵਿਚਾਰਕ ਸ਼ਕਤੀ ਦਾ ਹੀ ਸੀ ਜੋ ਸਦੀਆਂ ਤੱਕ ਬ੍ਰਾਹਮਣਵਾਦ ਦੀ ਪੁਰਖ ਤੰਤਰੀ ਵਿਚਾਰਧਾਰਾ ਨੂੰ ਟੱਕਰ ਦੇ ਰਿਹਾ ਸੀ। ਇਸ ਤਰ੍ਹਾਂ ਜੋਗ ਦੇ ਵਿਚਾਰ ਲੋਕਾਂ ਦੀ ਮਨੋਚੇਤਨਾ ਵਿੱਚ ਰਮੇ ਹੋਏ ਸਨ, ਜੋ ਭੌਤਿਕਵਾਦੀ ਲੀਹਾਂ ਤੇ ਚੱਲ ਰਹੇ ਸਨ। ਇਸੇ ਚੋਂ ਪੰਜਾਬ ਦੇ ਮੱਧਕਾਲ ਦੇ ਮਹੱਤਵਪੂਰਨ ਸ਼ਾਇਰ, ਚਿੰਤਕ, ਸੂਫੀ ਸੰਤ ਮੱਧਕਾਲੀ ਵਿਚਾਰਧਾਰਾ ਦੀ ਬਜਾਏ ਭੌਤਿਕਵਾਦੀ ਗਿਆਨ ਤੰਤਰ ਨਾਲ ਲਬਰੇਜ਼ ਤਾਰਕਿਕ ਰੌਸ਼ਨ ਖਿਆਲੀ ਨਾਲ ਨੱਕੋ ਨੱਕ ਭਰੇ ਹੋਏ ਨੇ, ਜਿਸ ਦਾ ਪੱਛਮ ਨੂੰ ਉਸ ਵੇਲੇ ਥਹੁ ਪਤਾ ਵੀ ਨਹੀਂ ਸੀ। ਇਸੇ ਲਈ ਪੰਜਾਬ ਦਾ ਸੋਚ ਢੰਗ ਬ੍ਰਾਹਮਣਿਕ ਭਾਰਤ ਤੋਂ ਭਿੰਨ ਸੀ। ਇਹ ਇੱਕ ਪੱਖ ਹੈ ਕਿ ਜੋਗ ਜਾਂ ਲੋਕਾਇਤਾ ਦੀ ਵਿਚਾਰਕ ਤਾਕਤ ਲੋਕਾਂ ਦੇ ਮਨਾਂ ਅੰਦਰ ਬਿਰਾਜਮਾਨ ਸੀ। ਤੁਰਕਾਂ ਦੁਆਰਾ ਲਿਆਂਦੀ ਤਕਨੀਕ ਰਾਹੀਂ ਮੁਗਲ ਕਾਲ ਦੇ ਉਤਪਾਦਨੀ ਵਾਧੇ ਨਾਲ ਨਗਰਾਂ ਵਿੱਚ ਵਾਫਰ ਉਤਪਾਦਨ ਸ਼ੁਰੂ ਹੋ ਗਿਆ ਤਾਂ ਵਪਾਰ ਦੀ ਬਹੁਤਾਤ ਨੇ ਪੰਜਾਬ ਦੇ ਖੱਤਰੀਆਂ ਜਾਂ ਵਪਾਰੀਆਂ ਨੂੰ ਤੁਰਕਾਂ ਵੱਲੋਂ ਲਿਆਂਦੀ ਤਕਨੋਲੋਜੀ ਨਾਲ ਵੇਖਦਿਆਂ ਹੀ ਵੇਖਦਿਆਂ ਮਾਲਾਮਾਲ ਕਰ ਦਿੱਤਾ। ਚੇਤਨ ਸਿੰਘ ਆਪਣੀ ਕਿਤਾਬ ਰੀਜਨ ਐਂਡ ਐਂਪਾਇਰ ਵਿੱਚ ਦੱਸਦਾ ਹੈ ਕਿ ਪੰਜਾਬ ਵਪਾਰ ਦਾ ਗੜ੍ਹ ਬਣ ਚੁੱਕਾ ਸੀ। ਕਾਰੀਗਰ ਜਮਾਤਾਂ ਦੀ ਸ਼ਹਿਰ ਕੇਂਦਰਿਤ ਕਿਰਤ ਨੂੰ, ਜੋਗ ਜਾਂ ਲੋਕਾਇਤ ਦੇ ਭੌਤਿਕ ਵਿਚਾਰਾਂ ਦੀ ਤਾਰਕਿਕ ਸ਼ਕਤੀ ਨੂੰ ਸ਼ਾਇਰ ਤੇ ਚਿੰਤਕ ਲੋਕਾਂ ਵਿੱਚ ਭਰਪੂਰ ਰੂਪ ਵਿੱਚ ਪਹੁੰਚਾ ਰਹੇ ਸਨ। ਇਸਲਾਮ ਦੇ ਪੰਜਾਬ ਵਿੱਚ ਆਉਣ ਨਾਲ ਪੰਜਾਬ ਦੇ ਕਬੀਲਿਆਂ ਨੂੰ ਬ੍ਰਾਹਮਣਿਕ ਵਿਚਾਰਧਾਰਕ ਹਮਲਿਆਂ ਤੋਂ ਰਾਹਤ ਮਿਲੀ ਹੋਏਗੀ। ਸੂਫੀਵਾਦੀ ਵਿਚਾਰਕ ਪ੍ਰਭਾਵ ਕਾਰਨ ਪੰਜਾਬ ਦੇ ਕਬੀਲਾਈ ਲੋਕ ਇਹਨਾਂ ਡੇਰਿਆਂ ਦਾ ਹਿੱਸਾ ਬਣ ਗਏ। ਉਹ ਪੂਰੀ ਤਰ੍ਹਾਂ ਸ਼ਰਈ ਮੁਸਲਮਾਨ ਬਣ ਗਏ। ਇਸ ਦੇ ਕੋਈ ਠੋਸ ਤੱਥ ਮੌਜੂਦ ਨਹੀਂ ਹਨ। ਅਰੰਭਲਾ ਸੂਫੀਵਾਦ ਕਰਾਮਾਤਾਂ ਦੀ ਗਿਆਨਹੀਣਤਾ 'ਚ ਫਸਦਾ ਫਸਾਂਦਾ ਸੱਤਾ ਦਾ ਹਿੱਸਾ ਬਣਦਾ ਗਿਆ। ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਵਾਰਿਸ ਸ਼ਾਹ ਹਿੰਦੂ ਤੇ ਇਸਲਾਮ ਦੋਹਾਂ ਨੂੰ ਰੱਦ ਕਰਦਿਆਂ ਜੋਗ ਦੀ ਭੌਤਿਕ ਤਾਰਕਿਕ ਤਾਕਤ ਰਾਹੀਂ ਮਜ਼ਹਬ ਤੋਂ ਦੂਰੀ ਹਾਸਲ ਕਰਦੇ ਨੇ। ਉਹਨਾਂ ਜੋਗ ਦੇ 5 ਮਕਾਰਾਂ ਨੂੰ ਅਹਿਮ ਥਾਂ ਦਿੱਤਾ। ਮਰਦ ਤੇ ਔਰਤ ਦੇ ਲਿੰਗਕ ਵਖਰੇਵੇਂ ਨੂੰ ਰੱਦ ਕੀਤਾ। ਜੋਗ ਵਿੱਚ ਮਰਦ ਨੂੰ ਆਪਣੇ ਅੰਦਰੋਂ ਇਸਤਰੀ ਨੂੰ ਜਗਾਉਣ ਦੀ ਸਾਧਨਾ ਨੂੰ ਇਹਨਾਂ ਕਾਦਰੀਆਂ ਨੇ ਕਬੂਲਿਆ। ਭਾਵ ਜੋਗ ਦੀ ਵਿਚਾਰਕ ਤਾਕਤ ਨੂੰ ਇੱਕ ਨਵੀਂ ਰੌਸ਼ਨ ਖਿਆਲੀ ਰਾਹੀਂ ਊਚ ਨੀਚ, ਜ਼ਾਤ-ਪਾਤ ਦੇ ਬ੍ਰਾਹਮਣਿਕ ਵਖਰੇਵਿਆਂ ਨੂੰ ਰੱਦ ਕਰਦਿਆਂ ਲਿੰਗਕਤਾ ਆਧਾਰਿਤ ਊਚ ਨੀਚ ਵੀ ਰੱਦ ਕਰ ਦਿੱਤੀ। ਕਾਦਰਯਾਰ ਨੇ ਵਾਰਿਸ ਤੇ ਬੁੱਲੇ ਵੱਲੋਂ ਜੋਗ ਤੋਂ ਪ੍ਰਾਪਤ ਔਰਤ ਨੂੰ ਦਿੱਤੀ ਬੁਲੰਦ ਉਚਾਈ ਨੂੰ ਪੂਰਨ ਰਾਹੀਂ ਜੋਗ ਦੇ ਦਰਸ਼ਨ ਰਾਹੀਂ ਹੀ ਹੇਠਾਂ ਸੁੱਟ ਦਿੱਤਾ। ਇਹਨਾਂ ਦਾਨਸ਼ਵਰਾਂ ਦਾ ਮਜ਼ਹਬ ਤੇ ਜ਼ਾਤ ਨੂੰ ਤਿੱਖੇ ਰੂਪ 'ਚ ਰੱਦ ਕਰਨ ਦਾ ਕਾਰਨ ਇਹ ਸੀ ਕਿ 16ਵੀਂ-17ਵੀਂ ਸਦੀ ਦੇ ਸਮਾਜਿਕ ਆਰਥਿਕ ਵਿਕਾਸ ਨਾਲ ਪੰਜਾਬ ਵਿੱਚ ਜਾਤਵਾਦੀ ਜੜ੍ਹਾਂ ਦਾ ਜਾਲ ਮਜ਼ਬੂਤ ਹੋਣ ਲੱਗ ਪਿਆ ਸੀ,
ਜਦੋਂ ਪੇਂਡੂ ਨਿਜ਼ਾਮ ਵਿੱਚ ਖੇਤੀਬਾੜੀ ਰਾਹੀਂ ਨੱਥੀ ਕਰਕੇ ਪੰਜਾਬ ਦੇ ਵੱਡਿਆਂ-ਵੱਡਿਆਂ ਕਬੀਲਿਆਂ ਵਿੱਚ ਸਮਾਜਕ ਆਰਥਿਕ ਤਬਦੀਲੀ ਕੀਤੀ ਗਈ, ਤਾਂ ਇਸ ਨੇ ਬ੍ਰਾਹਮਣਕ ਵਿਚਾਰਧਾਰਾ ਦਾ ਹਿੱਸਾ ਬਣਨਾ ਹੀ ਸੀ। ਉਦਾਹਰਨ ਵਜੋਂ ਜੱਟ, ਅਰਾਈ, ਕੰਬੋਹ, ਸੈਣੀ, ਲਬਾਣੇ, ਚੂੜੇ ਆਦਿ ਕਬੀਲਾਈ ਲੋਕ ਮੁੱਖਧਾਰਾ ਦੇ ਸਮਾਜ ਆਰਥਿਕ ਢਾਂਚੇ ਵਿੱਚ ਮੁੱਖਧਾਰਾ ਦੀ ਅਰਥ ਵਿਵਸਥਾ ਦਾ ਹਿੱਸਾ ਬਣ ਜਾਣ, ਤਾਂ ਉਹਨਾਂ ਮੁੱਖਧਾਰਾ ਦੇ ਜ਼ਾਤਵਾਦੀ ਤੰਤਰ ਦਾ ਹਿੱਸਾ ਆਪਣੇ ਆਪ ਬਣ ਜਾਣਾ ਹੁੰਦਾ ਹੈ, ਕਿਉਂਕਿ ਬਰੇ ਸਗੀਰ ਵਿੱਚ ਤਬਕਾਤੀ ਜਾਂ ਜਮਾਤੀ ਵੰਡ ਜ਼ਾਤਵਾਦੀ ਵੰਡ ਅਧੀਨ ਆਉਂਦੀ ਹੈ। ਇਸ ਕਰਕੇ ਕਬੀਲੇ ਕਿੱਤੇ ਅਨੁਸਾਰ ਜ਼ਾਤਾਂ ਵਿੱਚ ਪੌੜੀਦਾਰ ਹਾਲਤ ਵਿੱਚ ਢਲ ਜਾਂਦੇ ਨੇ। ਪਰ ਪੰਜਾਬ ਵਿੱਚ ਇਸ ਊਚ ਨੀਚ ਦੇ ਖਿਲਾਫ ਤਿੱਖਾ ਯੁੱਧ ਚਿੰਤਨ ਤੇ ਉਸ ਦੇ ਅਮਲ ਰਾਹੀਂ ਲੜਿਆ ਜਾਂਦਾ ਰਿਹਾ ਹੈ। ਪੰਜਾਬ ਦੇ ਕਬੀਲਾਈ ਚਰਵਾਹਿਆਂ ਨੂੰ ਖੇਤੀ ਵਿੱਚ ਸ਼ਾਮਲ ਕਰਨ ਦਾ ਕਾਰਨ 17ਵੀਂ ਸਦੀ ਦੇ ਪੰਜਾਬ ਦਾ ਵਪਾਰਕ ਜਾਂ ਸ਼ਹਿਰੀ ਉਤਪਾਦਨ ਦਾ ਸਿਖਰਾਂ ਨੂੰ ਛੂਹਣਾ ਸੀ। ਵਾਧੂ ਉਤਪਾਦਨ ਦਾ ਹੋਣਾ ਲਾਜ਼ਮੀ ਸ਼ਰਤ ਹੈ। ਇਸ ਲਈ ਕਬੀਲਿਆਂ ਨੂੰ ਵਾਈ ਬੀਜੀ ਵਿੱਚ ਝੋਕ ਕੇ ਮੁੱਖਧਾਰਾ ਦੀ ਅਰਥ ਵਿਵਸਥਾ ਦਾ ਹਿੱਸਾ ਬਣਾਇਆ ਗਿਆ। ਮੁਗਲਾਂ ਦੇ ਆਰਥਿਕ ਢਾਂਚੇ ਨੂੰ ਇਹਦੀ ਅਹਿਮ ਲੋੜ ਸੀ, ਕਿਉਂਕਿ ਪੰਜਾਬ ਵਿੱਚ ਖੱਤਰੀਆਂ ਦੀ ਵਪਾਰਕ ਖੁਸ਼ਹਾਲੀ ਦਾ ਸਰੋਤ ਇਸ ਵਾਈ ਬੀਜੀ ਦਾ ਵਾਧੂ ਉਤਪਾਦਨ ਸੀ। ਇਸ ਲਈ ਕਿਸਾਨਾਂ ਦੀ ਅਹਿਮ ਲੋੜ ਸੀ, ਜਿਸ ਕਰਕੇ ਕਬੀਲਿਆਂ ਨੂੰ ਮੁੱਖਧਾਰਾ ਦੇ ਸਮਾਜ ਆਰਥਿਕ ਤੰਤਰ ਦਾ ਹਿੱਸਾ ਬਣਾਇਆ ਗਿਆ। ਚਰਵਾਹੇ ਕਬੀਲਿਆਂ ਦਾ ਖੇਤੀਬਾੜੀ ਵਿੱਚ ਰੂਪਾਂਤਰਣ 16ਵੀਂ-17ਵੀਂ ਸਦੀ ਦਾ ਅਹਿਮ ਪੱਖ ਹੈ। ਇਹਦੇ ਅਰਥ ਇਹ ਨਹੀਂ ਕਿ ਇਹ ਸਿਰਫ ਇਹਨਾਂ 2 ਸਦੀਆਂ 'ਚ ਹੀ ਵਾਪਰਿਆ। ਪੰਜਾਬ ਵਿੱਚ ਤੁਰਕਾਂ ਦੇ ਆਉਣ ਤੋਂ ਬਾਅਦ ਜਦੋਂ ਵੀ ਮੁੱਖਧਾਰਾ ਨੂੰ ਵਾਧੂ ਉਤਪਾਦਨ ਦੀ ਲੋੜ ਪਈ, ਇਹਦੀ ਭਰਪਾਈ ਹੜੱਪੀਆਂ ਦੇ ਕਬੀਲਾਈ ਵੰਸ਼ਜ ਹੀ ਕਰਦੇ ਆਏ ਨੇ। ਇਹ ਵਿਚਾਰ ਪੇਸ਼ ਕਰਨ ਦਾ ਅਰਥ ਹੈ ਕਿ ਸਿੱਧਾਂ, ਨਾਥਾਂ, ਜੋਗੀਆਂ, ਬੋਧੀਆਂ ਜਾਂ ਚਾਰਵਾਕ ਲੋਕਾਇਤ ਦੇ ਅਨੁਯਾਈ ਜਾਂ ਮੰਨਣ ਵਾਲੇ ਕਬੀਲੇ ਸਨ। ਜਦੋਂ ਉਹ ਜ਼ਾਤਵਾਦੀ ਮੁੱਖਧਾਰਾ ਦੇ ਸਮਾਜਕ ਆਰਥਿਕ ਢਾਂਚੇ ਦਾ ਪੱਕਾ ਹਿੱਸਾ ਬਣ ਜਾਣ, ਤਾਂ ਸਹਿਜ ਰੂਪ 'ਚ ਹੀ ਉਸ ਧਾਰਾ ਦੀ ਸਮਾਜਕ ਆਰਥਿਕ ਵਿਚਾਰਕੀ ਜਾਂ ਵਿਚਾਰਧਾਰਾ ਦਾ ਹਿੱਸਾ ਵੀ ਬਣ ਜਾਂਦੇ ਨੇ। ਚੇਤਨ ਸਿੰਘ ਦਾ ਅਹਿਮ ਸਿੱਟਾ ਵੀ ਇਹੋ ਰਾਹ ਦੱਸਦਾ ਹੈ ਕਿ ਜ਼ਿਮੀਂਦਾਰ ਜ਼ਾਤਾਂ ਦੀ ਸਮਾਜਕ ਆਰਥਿਕ ਸਥਿਤੀ ਦੇ ਬਦਲਾਅ ਅਕਸਰ ਕਿਸੇ ਸਿਆਸੀ ਦਖਲਅੰਦਾਜ਼ੀ ਦੀ ਬਜਾਏ ਸਮਾਜਕ ਆਰਥਿਕ ਵਿਕਾਸ ਤੋਂ ਹੀ ਪ੍ਰੇਰਿਤ ਹੁੰਦੇ ਆਏ ਨੇ। ਰੀਜਨ ਐਂਡ ਐਮਪਾਇਰ, ਸਫਾ 259। ਭਾਵ ਕਿ ਜੋਗ ਦੀ ਵਿਚਾਰਧਾਰਾ ਉਹਨਾਂ ਕਬੀਲਿਆਂ ਦੀ ਵਿਚਾਰਧਾਰਾ ਸੀ ਜੋ ਮੁੱਖਧਾਰਾ ਦੇ ਜ਼ਾਤਵਾਦੀ ਪਿਤਰੀ ਜਾਂ ਪੁਰਖਤੰਤਰੀ ਨਿਜ਼ਾਮ ਤੋਂ ਬਾਹਰ ਕਬੀਲਾਈ ਸੰਸਾਰ ਵਿੱਚ ਵਿਚਰ ਰਹੇ ਸਨ। ਜਦੋਂ ਇਹ ਕਬੀਲਾਈ ਸਮਾਜ ਪੁਰਖਤੰਤਰੀ ਜ਼ਾਤਵਾਦੀ ਤੰਤਰ ਦੇ ਅੰਦਰ ਸ਼ਾਮਲ ਕਰ ਲਏ ਗਏ, ਤਾਂ ਜੋਗ ਦੀ ਵਿਚਾਰਧਾਰਾ ਹੌਲੀ-ਹੌਲੀ ਖੁਰਦੀ ਇਹਨਾਂ ਕਬੀਲਿਆਂ ਅੰਦਰੋਂ ਵੀ ਖੁਰਦੀ ਗਈ। ਉਹਦੇ ਬਹੁਤ ਸਾਰੇ ਅਵਸ਼ੇਸ਼ ਹਾਲੇ ਬਾਕੀ ਨੇ। ਮਨਜ਼ੂਰ ਏਜਾਜ਼ ਦੀ ਕਿਤਾਬ ਗੁਰਮੁਖੀ ਲਿਪੀ ਵਿੱਚ ਲਿਪੀ ਅੰਤਰ ਹੋਣ ਨਾਲ ਚੜ੍ਹਦੇ ਪੰਜਾਬ ਨੂੰ ਆਪਣੇ ਪੁਰਾਤਨ ਪੰਜਾਬ ਦੇ ਮਾਣਯੋਗ ਵਿਰਸੇ ਅਤੇ ਇਤਿਹਾਸ ਉੱਪਰ ਸੱਚਮੁੱਚ ਰਸ਼ਕ ਹੋਵੇਗਾ। ਮੱਧਕਾਲੀ ਕਾਵਕਾਰੀ ਨੂੰ ਸਮਝਣ ਲਈ ਏਜਾਜ਼ ਹੋਰਾਂ ਜੋ ਨਿਵੇਕਲੀ ਰੌਸ਼ਨਾਈ ਦਿੱਤੀ ਏ, ਖੋਜੀ ਬਿਰਤੀ ਦੇ ਲੋਕ ਇਸ ਨਵੀਂ ਰੌਸ਼ਨ ਖਿਆਲੀ ਤੋਂ ਭਰਪੂਰ ਫਾਇਦਾ ਉਠਾਉਣਗੇ। ਜਿੰਨੀ ਮਿਹਨਤ ਡਾਕਟਰ ਏਜਾਜ਼ ਹੋਰਾਂ ਪੰਜਾਬੀ ਜ਼ੁਬਾਨ ਵਿੱਚ ਇਸ ਕਿਤਾਬ ਨੂੰ ਸਵਾਰਨ ਲਈ ਕੀਤੀ ਏ, ਸਮੁੱਚੀ ਪੰਜਾਬੀ ਕੌਮ ਆਪਣੇ ਵਿਵੇਕੀ ਚਿੰਤਨ ਉੱਪਰ ਮਾਣ ਕਰ ਸਕਦੀ ਹੈ। ਇਹ ਵੇ ਡਾਕਟਰ ਮਨਜ਼ੂਰ ਏਜਾਜ਼ ਦੀ ਕਿਤਾਬ ਪੰਜਾਬ ਦਾ ਲੋਕ ਇਤਿਹਾਸ ਜਾਂ ਪੀਪਲਜ਼ ਹਿਸਟਰੀ ਆਫ ਪੰਜਾਬ ਦੀ ਆਡੀਓ ਬੁੱਕ, ਤੇ ਅੱਜ ਪੇਸ਼ ਕੀਤੀ ਗਈ ਇਸ ਕਿਤਾਬ ਦੀ ਭੂਮਿਕਾ ਜੋ ਤਸਕੀਨ ਨੇ ਲਿਖੀ ਏ। ਇਸ ਕਿਤਾਬ ਦੇ ਬਾਕੀ ਹਿੱਸੇ ਸੁਣਨ ਵਾਸਤੇ ਇਸ ਪਲੇਲਿਸਟ ਨੂੰ ਫੋਲੋ ਕਰੋ। ਤੇ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਤੁਹਾਨੂੰ ਅਪਡੇਟਸ ਆ ਜਾਣ, ਅਤੇ ਜੇ ਚੰਗਾ ਲੱਗੇ ਤਾਂ ਇਹ ਕੰਮ ਹੋਰਾਂ ਨਾਲ ਸ਼ੇਅਰ ਜ਼ਰੂਰ ਕਰਨਾ।